ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਝੂਠਾ ਕੀਰੇ ਝੂਠ ਪਰੀਤ, ਛੁਟਕੀ ਰੇ ਮਨ ਛੁਟਕੀ ਰੇ। ਸਾਕਤ ਸੰਗ ਨਾ ਛੁਟਕੀ ਰੇ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਝੂਠਾ ਕੀਰੇ ਝੂਠ ਪਰੀਤ, ਛੁਟਕੀ ਰੇ ਮਨ ਛੁਟਕੀ ਰੇ। ਸਾਕਤ ਸੰਗ ਨਾ ਛੁਟਕੀ ਰੇ। ਰਹਾਉ ਜਿਉ ਕਾਜਰ ਪਰ ਮੰਦਰ ਰਾਖਿਓ, ਜੋ ਪੈਸਾ ਕਾ ਲੂਖੀ ਰੇ। ਦੂਰ ਹੋ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ। ਜਨ ਨਾਨਕ ਦਾਸ ਦਾਸ ਕੋ ਕਰੀ ਹੋ, ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ। ਜਨ ਨਾਨਕ ਦਾਸ ਦਾਸ ਕੋ ਕਰੀ ਹੋ, ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ, ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਸੰਗਤਾਂ, ਦੁੱਖ ਨਿਵਾਰਨ ਸੰਕਟ ਹਰਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਆਪ ਸਭ ਸੰਗਤਾਂ ਨੇ ਗੁਰਬਾਣੀ ਦੇ ਪ੍ਰਵਾਹ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਦੀ ਬਖਸ਼ਿਸ਼ ਲਈ ਹੈ। ਸਤਿਗੁਰੂ ਦੀ ਅਪਾਰ ਰਹਿਮਤ ਸਦਕਾ ਜੋ ਇਸ ਪਾਵਨ ਪਵਿੱਤਰ ਅਸਥਾਨ ਦੀ ਨਿਤਾ ਪ੍ਰਤ ਰੋਜ਼ਾਨਾ ਦੀ ਮਰਿਆਦਾ ਅਨੁਸਾਰ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿਨ ਦੀ ਆਰੰਭਤਾ ਵੇਲੇ ਪ੍ਰਕਾਸ਼ ਵੇਲੇ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਕਰਕੇ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਏ ਹੋਏ ਪਾਵਨ ਮੁਖਵਾਕ ਦੇ ਰਾਹੀਂ ਸਾਨੂੰ ਜੀਵਨ ਜੀਣ ਦਾ ਜੋ ਉਪਦੇਸ਼ ਦਿੰਦੇ ਨੇ, ਗੁਰੂ ਸ਼ਬਦ ਦੀ ਵਿਚਾਰ ਕਰਕੇ ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾ ਵੀ ਸਕੀਏ, ਲਾਗੂ ਵੀ ਕਰ ਸਕੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
ਪਾਵਨ ਪਵਿੱਤਰ ਮੁਖਵਾਕ ਨੂੰ ਆਪਾਂ ਹੁਕਮਨਾਮਾ ਵੀ ਕਹਿੰਦੇ ਆ, ਮੁਖਵਾਕ ਵੀ ਕਹਿੰਦੇ ਆ। ਖਾਲਸਾ ਜੀ, ਮੁਖਵਾਕ ਦੇ ਜੋ ਭਾਵ ਨੇ ਕਿ ਮੁਖ ਦੇ ਵਿੱਚੋਂ ਨਿਕਲਿਆ ਹੋਇਆ ਕੋਈ ਵੀ ਵਾਕ। ਜਦ ਦੁਨੀਆ ਦੇ ਵਿੱਚ ਇਨਸਾਨ ਆਪਣੇ ਮੁਖ ਰਾਹੀਂ ਕੋਈ ਬਚਨ ਕਰਦਾ, ਉਸ ਨੂੰ ਵੀ ਮੁਖਵਾਕ ਕਿਹਾ ਜਾਂਦਾ। ਪਰ ਇੱਕ ਪਾਸੇ ਜਦੋਂ ਗੁਰ ਅਸਥਾਨ ਵਿਖੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ, ਤਾਂ ਗੁਰੂ ਸਾਹਿਬ ਦੇ ਵਜ਼ੀਰ ਸਾਹਿਬ, ਗ੍ਰੰਥੀ ਸਾਹਿਬ ਹੁਕਮਨਾਮਾ ਲੈਂਦੇ ਨੇ। ਆਪਾਂ ਉਹਨਾਂ ਨੂੰ ਵੀ ਕਹਿੰਦੇ ਆ ਅੱਜ ਪਾਵਨ ਪਵਿੱਤਰ ਮੁਖਵਾਕ ਆਏ ਨੇ। ਦੁਨੀਆ ਦੇ ਵਿੱਚ ਕੋਈ ਮੁਖ ਦੇ ਵਿੱਚੋਂ ਵਾਕ ਕਰੇ, ਆਪਾਂ ਮੁਖਵਾਕ ਕਹਿ ਵੀ ਦਈਏ, ਪਰ ਦੁਨੀਆ ਦੇ ਇਨਸਾਨਾਂ ਦੇ ਬੋਲੇ ਹੋਏ ਵਾਕ ਕਿਸੇ ਦੇ ਦੁੱਖ ਨਹੀਂ ਕੱਟ ਸਕਦੇ, ਕਿਸੇ ਦਾ ਜੀਵਨ ਨਹੀਂ ਬਦਲ ਸਕਦੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਪਾਵਨ ਪਵਿੱਤਰ ਮੁਖਵਾਕ ਜੇ ਕੋਈ ਸੁਣ ਲਵੇ, ਵਿਚਾਰ ਕਰ ਲਵੇ, ਗੁਰ ਸ਼ਬਦ ਵਿੱਚ ਤਾਕਤ ਹੈ। ਇਹ ਦੁੱਖ ਵੀ ਕੱਟ ਸਕਦੇ ਨੇ, ਇਹ ਜੀਵਨ ਵੀ ਬਦਲ ਸਕਦੇ ਨੇ। ਸੋ ਇਸ ਕਰਕੇ ਸਤਿਗੁਰੂ ਨੇ ਕਿਹਾ, ਗੁਰਸਿੱਖਾ ਜਦੋਂ ਦਰਬਾਰ ਵਿੱਚ ਆਵੇਂ ਗੁਰ ਸ਼ਬਦ ਦੀ ਵਿਚਾਰ ਜ਼ਰੂਰ ਕਰਿਆ ਕਰ, ਤਾਂ ਕਿ ਜੀਵਨ ਦੀ ਸੋਝੀ ਪੈ ਜਾਵੇ। ਔਰ ਅੱਜ ਦੇ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਹੋ ਉਪਦੇਸ਼ ਕਰਦੇ ਨੇ, ਭਾਈ ਜੀਵਨ ਦੇ ਵਿੱਚ ਬਹੁਤ ਤਰ੍ਹਾਂ ਦੇ ਪ੍ਰਾਣੀ ਮਿਲਦੇ ਨੇ, ਬਹੁਤ ਤਰ੍ਹਾਂ ਦੇ ਸਰੀਰ ਮਿਲਦੇ ਨੇ। ਜ਼ਰੂਰੀ ਨਹੀਂ ਜਿਨ੍ਹਾਂ ਨੂੰ ਤੂੰ ਮਿਲ ਰਿਹਾ ਉਹਦੇ ਵਿਚਾਰ ਤੇਰੇ ਨਾਲ ਮਿਲਦੇ ਹੋਣ। ਹਰ ਇੱਕ ਦੇ ਵਿਚਾਰ ਦੂਸਰੇ ਦੇ ਨਾਲ ਨਹੀਂ ਮਿਲਦੇ। ਜਦੋਂ ਵਿਚਾਰ ਨਹੀਂ ਮਿਲਦੇ, ਤਕਰਾਰ ਹੁੰਦੀ ਹੈ। ਤਕਰਾਰ ਹੋਵੇ ਸੁਰਤ ਖਿੰਡਦੀ ਹੈ, ਸੁਰਤ ਖਿੰਡ ਜਾਵੇ ਤਾਂ ਇਬਾਦਤ ਨਹੀਂ ਹੁੰਦੀ, ਭਗਤੀ ਨਹੀਂ ਹੁੰਦੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਖਾਲਸਾ ਜੀ ਗੁਰ ਸ਼ਬਦ ਦੇ ਵਿੱਚ ਜੇ ਉਪਦੇਸ਼ ਹੈ, ਉਪਦੇਸ਼ ਹੈ ਰੱਬ ਨੂੰ ਮਿਲਣ ਦਾ, ਖੁਦਾ ਨੂੰ ਮਿਲਣ ਦਾ, ਪਰਮਾਤਮਾ ਨੂੰ ਮਿਲਣ ਦਾ। ਪਰ ਇਹ ਸੱਚ ਹੈ, ਇਨਸਾਨ ਦੇ ਹਾਲਾਤ ਨੇ ਕੀਏ ਸਿੰਗਾਰ ਮਿਲਣ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ। ਬੰਦਾ ਸ਼ਿੰਗਾਰ ਤੇ ਬਹੁਤ ਕਰਦਾ ਹੈ, ਬਾਹਰੋਂ ਲਿਬਾਸ ਬਹੁਤ ਸੋਹਣਾ ਪਾਉਂਦਾ ਹੈ ਧਰਮ ਦਾ, ਕਿ ਸ਼ਾਇਦ ਬਾਹਰਲੇ ਸਿੰਗਾਰ ਰੂਪ ਬਣਾ ਕਰਕੇ ਪ੍ਰਮਾਤਮਾ ਮਿਲ ਜਾਵੇ, ਪਰ ਰੱਬ ਨਹੀਂ ਮਿਲਦਾ। ਭਗਤ ਸਾਹਿਬ ਕਹਿੰਦੇ, ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ, ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ। ਘਰੋਂ ਚੱਲਦੇ ਆ ਰੱਬ ਨੂੰ ਲੱਭਣ ਲਈ, ਪਰਮਾਤਮਾ ਨੂੰ ਲੱਭਣ ਲਈ। ਜੋ ਇਬਾਦਤ ਦੇ ਰਾਹ ਤੇ, ਬੰਦਗੀ ਦੇ ਰਾਹ ਤੇ ਤੁਰਦੇ ਨੇ, ਜੋ ਧਰਮ ਕਮਾਉਣਾ ਚਾਹੁੰਦੇ ਨੇ, ਉਹ ਤਾਂ ਘਰੋਂ ਚੱਲਦੇ ਨੇ ਰੱਬ ਨੂੰ ਲੱਭਣ ਲਈ, ਖੁਦਾ ਦੇ ਦੀਦਾਰਿਆਂ ਵਾਸਤੇ। ਜਿਸ ਤਰ੍ਹਾਂ ਕਦੇ ਭਗਤ ਧੰਨਾ ਜੀ ਤੁਰੇ, ਜਿਸ ਤਰ੍ਹਾਂ ਭਗਤ ਫਰੀਦ ਜੀ ਤੁਰੇ, ਭਗਤ ਕਬੀਰ ਜੀ ਤੁਰੇ, ਭਗਤ ਨਾਮਦੇਵ ਜੀ ਤੁਰੇ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਖੋਜਿਆ, ਜਿਨ੍ਹਾਂ ਨੇ ਹਿਰਦੇ ਵਿੱਚੋਂ ਹਰੀ ਨੂੰ ਪ੍ਰਗਟ ਕੀਤਾ। ਪਰ ਬਹੁਤਾਤ ਵਿੱਚ ਸੰਸਾਰ ਦੇ ਵਿੱਚ ਭੁੱਲੇ ਇਨਸਾਨ ਉਹ ਰੱਬ ਨੂੰ ਲੱਭਣ ਲਈ ਨਹੀਂ ਤੁਰਦੇ, ਪਰਮਾਤਮਾ ਨੂੰ ਲੱਭਣ ਲਈ ਨਹੀਂ ਤੁਰਦੇ। ਸੁੱਖ ਲੱਭਣ ਲਈ ਤੁਰਦੇ ਨੇ, ਪਰ ਸੁੱਖਾਂ ਦੇ ਦਾਤੇ ਨੂੰ ਲੱਭਣ ਲਈ ਕੋਈ ਵਿਰਲਾ ਤੁਰਦਾ। ਸੁੱਖ ਲੱਭਣ ਦੇ ਲਈ ਹਰ ਇੱਕ ਇਨਸਾਨ ਮਸ਼ੱਕਤ ਘਾਲਦਾ ਹੈ, ਪਰ ਰੱਬ ਨੂੰ ਲੱਭਣ ਵਾਸਤੇ ਮਸ਼ੱਕਤ ਕੋਈ ਵਿਰਲਾ ਘਾਲਦਾ। ਇਸੇ ਕਰਕੇ ਕਿਹਾ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਬੰਦਗੀ ਕੀਤੀ, ਇਬਾਦਤ ਕੀਤੀ, ਜਿਨ੍ਹਾਂ ਨੇ ਨਾਮ ਜਪ ਕੇ ਉਹ ਮਸ਼ੱਕਤ ਘਾਲੀ, ਸੇਵਾ ਸਿਮਰਨ ਦੀ ਮਸ਼ੱਕਤ ਘਾਲੀ, ਕਹਿੰਦੇ ਦਰਬਾਰ ਦੇ ਵਿੱਚ, ਦਰਗਾਹ ਦੇ ਵਿੱਚ ਉਹਨਾਂ ਦੇ ਮੁਖ ਉਜਲ ਹੁੰਦੇ ਨੇ। ਮੁਖ ਉਜਲ ਉਹਦਾ ਹੁੰਦਾ ਜਿਹਨੂੰ ਪੀੜਾ ਨਾ ਕੋਈ ਰਵੇ, ਤਕਲੀਫ ਨਾ ਕੋਈ ਰਵੇ, ਪਰੇਸ਼ਾਨੀ ਨਾ ਕੋਈ ਰਵੇ। ਪਰ ਖਾਲਸਾ ਜੀ, ਦੁਨੀਆ ਦੇ ਵਿੱਚ ਜੀਵਨ ਬਤੀਤ ਕਰਦਿਆਂ ਅਕਸਰ ਇਨਸਾਨ ਭੁੱਲ ਜਾਂਦਾ ਹੈ ਕਿ ਇਸ ਇਨਸਾਨ ਨੇ ਭਗਵਾਨ ਦਾ ਰੂਪ ਵੀ ਹੋਣਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ,
ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਰੱਬ ਨੂੰ ਲੱਭਣ ਲਈ ਤੈਨੂੰ ਸੰਸਾਰ ਦੇ ਤਖਤੇ ਤੇ ਆਉਣਾ ਪਿਆ, ਦੁਨੀਆ ਤੇ ਤੂੰ ਆਇਆ, ਤੇਰਾ ਜਨਮ ਹੋਇਆ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦ ਗੁਰੂ ਕਿਆਂ ਸਿੱਖਾਂ ਨੇ ਪੁੱਛਿਆ ਕਿ ਇਬਾਦਤ ਦੇ, ਬੰਦਗੀ ਦੇ, ਧਰਮ ਦੇ ਰਾਹ ਦੇ ਉੱਤੇ ਕੀ ਕੀ ਰੁਕਾਵਟਾਂ ਆਉਂਦੀਆਂ ਨੇ। ਜਦੋਂ ਆਪਾਂ ਗੁਰੂ ਘਰ ਆਉਂਦੇ ਆ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸ਼ਰਧਾ ਟਿਕਾਉਂਦੇ ਆ। ਖਾਲਸਾ ਜੀ, ਜਿਨ੍ਹਾਂ ਦਾ ਪ੍ਰੇਮ ਹੋਵੇ ਅੰਦਰੋਂ ਟੁੱਟਦੇ ਨਹੀਂ, ਪਰ ਜੇ ਕਿਤੇ ਇੱਕ ਅੱਧਾ ਸਾਕਤ ਮਿਲ ਜਾਵੇ, ਨਿੰਦਕ ਮਿਲ ਜਾਵੇ, ਜਿਹਦੇ ਅੰਦਰ ਸ਼ਰਧਾ ਨਾ ਹੋਵੇ, ਕਈ ਵਾਰ ਸ਼ਰਧਾਹੀਣ ਬੰਦਿਆਂ ਦੀ ਸੰਗਤ ਦੇ ਨਾਲ ਸਾਡੀ ਸ਼ਰਧਾ ਤੇ ਸਾਡੇ ਅੰਦਰ ਦੇ ਟਿਕਾ ਤੇ ਅਸਰ ਜ਼ਰੂਰ ਹੁੰਦਾ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹੋ ਦੱਸਦੇ ਨੇ, ਭਾਈ ਤੂੰ ਕਿਹਨਾਂ ਦੀ ਸੰਗਤ ਤੋਂ ਬਚਣਾ ਹੈ। ਆਓ ਇੱਕ ਵਾਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੁਰਤ ਟਿਕਾਈਏ, ਰਸਨਾ ਪਵਿੱਤਰ ਕਰੀਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸਾਰੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ। ਦੇਵ ਗੰਧਾਰੀ ਮਹੱਲਾ ਪੰਜਵਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਆਏ ਹੋਏ ਸ਼ਬਦ ਨੂੰ ਆਪਣੀ ਮੁਬਾਰਕ ਰਸਨਾ ਤੋਂ ਦੇਵ ਗੰਧਾਰੀ ਰਾਗ ਦੇ ਅੰਦਰ ਉਚਾਰਨ ਕਰਦੇ ਹਨ। ਉਲਟੀ ਰੇ ਮਨ ਉਲਟੀ ਰੇ। ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਸਮਝਾ ਕਿ ਜਿਨ੍ਹਾਂ ਰਾਹਾਂ ਤੇ ਤੂੰ ਚੱਲ ਰਿਹਾ ਇਹਨਾਂ ਪਾਸੋਂ ਵਾਪਸ ਮੁੜਿਆ, ਵਾਪਸ ਘਰ ਪਰਤ ਜਾ। ਜਦੋਂ ਕਿਸੇ ਬਾਲਕ ਨੂੰ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਕੋਈ ਪੜ੍ਹਾਈ ਵਾਸਤੇ, ਵਿਦਿਆ ਵਾਸਤੇ ਭੇਜਿਆ ਜਾਵੇ, ਪਰ ਵਿਦਿਆ ਲਵੇ ਨਾ, ਪੜ੍ਹਾਈ ਕਰੇ ਨਾ, ਬੁਰੀ ਸੰਗਤ ਵਿੱਚ ਪੈ ਜਾਵੇ, ਤੇ ਮਾਤਾ ਪਿਤਾ ਸਮਝਾਉਂਦੇ ਨੇ ਕਿ ਭਾਈ ਘਰ ਵਾਪਸ ਪਰਤਿਆ, ਮਾੜੀ ਸੰਗਤ ਦੇ ਵਿੱਚੋਂ ਪ੍ਰਾਪਤ ਕੁਝ ਨਹੀਂ ਹੋਣਾ। ਤੈਨੂੰ ਵਿਦਿਆ ਲਈ ਭੇਜਿਆ ਹੈ, ਪੜ੍ਹਾਈ ਕਰਨ ਲਈ ਭੇਜਿਆ ਹੈ। ਜੇ ਸਕੂਲ ਦੇ ਵਿੱਚ, ਕਾਲਜ ਵਿੱਚ ਜਾ ਕੇ ਪੜ੍ਹਾਈ ਨਹੀਂ ਕਰਾਂਗੇ, ਵਿਦਿਆ ਹਾਸਲ ਨਹੀਂ ਕਰਾਂਗੇ, ਜੀਵਨ ਦੇ ਵਿੱਚ ਪਰੇਸ਼ਾਨੀਆਂ ਆਉਣਗੀਆਂ। ਜਿਹੜੇ ਵਿਦਿਆ ਤੋਂ ਦੂਰ ਹੁੰਦੇ ਨੇ ਜੀਵਨ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਸੰਸਾਰ ਦੇ ਵਿੱਚ ਜੀਵਨ ਸੋਹਣਾ ਬਣਾਉਣ ਦੇ ਲਈ, ਕਿਰਤ ਕਰਨ ਦੇ ਲਈ ਵਿਦਿਆ ਜ਼ਰੂਰੀ ਹੈ। ਇਸੇ ਤਰ੍ਹਾਂ ਧਰਮ ਦੇ ਵਿੱਚ ਵੀ ਧਾਰਮਿਕ ਜੀਵਨ ਨੂੰ ਸੋਹਣਾ ਬਣਾਉਣ ਦੇ ਲਈ, ਰੱਬ ਦੀ ਪ੍ਰਾਪਤੀ ਲਈ ਗੁਰੂ ਪਿਆਰਿਆਂ ਦੀ ਸੰਗਤ ਜ਼ਰੂਰੀ ਹੈ, ਇਬਾਦਤ ਜ਼ਰੂਰੀ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਆਪਣੇ ਮਨ ਨੂੰ ਸਮਝਾ ਕਿ ਭਾਈ ਤੂੰ ਘਰ ਵਾਪਸ ਪਰਤਿਆ, ਇਹਨਾਂ ਰਾਹਾਂ ਤੇ ਨਾ ਚੱਲ। ਪਰ ਸਤਿਗੁਰੂ ਨੂੰ ਜੇ ਪੁੱਛੀਏ ਕਿ ਸਤਿਗੁਰੂ ਜੀ ਕਿਸ ਪਾਸਿਓਂ ਮਨ ਨੂੰ ਮੋੜਿਆ ਜਾਵੇ, ਤਾਂ ਸਤਿਗੁਰੂ ਅਗਲੇ ਪੰਕਤੀ ਦੇ ਵਿੱਚ ਉਪਦੇਸ਼ ਕਰਦੇ ਹਨ। ਸਾਕਤ ਸਿਉ ਕਰ ਉਲਟੀ ਰੇ। ਸਤਿਗੁਰੂ ਕਹਿੰਦੇ ਸਾਕਤ ਦੀ ਸੰਗਤ ਤੋਂ ਉਲਟੀ ਕਰ, ਭਾਵ ਕਿ ਵਾਪਸ ਪਰਤ। ਸਾਕਤ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਨਹੀਂ ਕੁਝ ਹੁੰਦਾ, ਤੇਰੇ ਮਨ ਨੂੰ ਟਿਕਾ ਨਹੀਂ ਮਿਲਣਾ, ਤੇਰੀ ਸੁਰਤ ਖਿੰਡ ਜਾਵੇਗੀ। ਬੁਰਿਆਂ ਦੀ, ਸਾਕਤਾਂ ਦੀ ਸੰਗਤ ਤੋਂ, ਨਿੰਦਕ ਦੀ ਸੰਗਤ ਤੋਂ ਬਚ ਕੇ ਰਹਿ, ਤੇ ਗੁਰੂ ਪਿਆਰਿਆਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਦੀ ਭਾਲ ਕਰ। ਝੂਠੈ ਕੀਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਝੂਠਿਆਂ ਦੀ ਪ੍ਰੀਤੀ ਵੀ ਝੂਠੀ ਹੁੰਦੀ ਹੈ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਸੰਸਾਰ ਦੇ ਵਿੱਚ ਝੂਠੀ ਪ੍ਰੀਤ ਪਾਉਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ, ਕਿਉਂਕਿ ਇਹ ਤੋੜ ਨਹੀਂ ਨਿਭਦੀ। ਪਰ ਜੇ ਕਿਤੇ ਰੱਬ ਨਾਲ ਪ੍ਰੀਤ ਹੋਵੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਲ ਪ੍ਰੀਤ ਹੋਵੇ, ਖਾਲਸਾ ਜੀ,
ਗੁਰੂ ਕਾ ਸਿੱਖ ਦਿਲੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਤੇ ਹੋਵੇ, ਦੁਨੀਆ ਦੇ ਕਿਸੇ ਵੀ ਕੋਨੇ ਤੇ ਕਿਸੇ ਵੀ ਵਿਪਤਾ ਵਿੱਚ ਹੋਵੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਹਾਈ ਜ਼ਰੂਰ ਹੁੰਦੇ ਨੇ। ਸਭ ਥਾਈਂ ਹੋਏ ਸਹਾਈ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਕਿਰਪਾਲੂ ਸਤਿਗੁਰੂ ਨੇ। ਜੇ ਦਿਲੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਡੁੱਬਦੇ ਹੋਏ ਬੇੜੇ ਦੇ ਵਿੱਚ ਬਹਿ ਕੇ ਭਾਈ ਮੱਖਣ ਸ਼ਾਹ ਲਵਾਣਾ ਦਰਿਆ ਦੇ ਵਿੱਚ ਵੀ ਅਰਦਾਸ ਕਰਦੇ ਨੇ, ਸਤਿਗੁਰੂ ਉੱਥੇ ਵੀ ਸਹਾਈ ਹੁੰਦੇ ਨੇ। ਪਰ ਵੇਖੋ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਯਾਦ ਕਰੇ, ਮਹਾਰਾਜ ਨੇ ਤੇ ਸਹਾਈ ਹੋਣਾ, ਪਰ ਅਰਦਾਸ ਕਰਨ ਵੇਲੇ ਭਾਵਨਾ, ਭਰੋਸਾ, ਸ਼ਰਧਾ ਉਹ ਵੀ ਮੱਖਣ ਸ਼ਾਹ ਵਰਗੀ ਹੋਣੀ ਚਾਹੀਦੀ। ਹੁਣ ਦਰਿਆ ਦੇ ਵਿੱਚ ਬੇੜਾ ਡੁੱਬ ਰਿਹਾ ਹੋਵੇ, ਹਜੇ ਗੁਰੂ ਦੇ ਦੀਦਾਰੇ ਵੀ ਨਹੀਂ ਕੀਤੇ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਖੋਜ ਬਾਅਦ ਵਿੱਚ ਕੀਤੀ ਹੈ, ਅਰਦਾਸ ਪੂਰੀ ਹੋਣ ਤੋਂ ਬਾਅਦ। ਪਰ ਭਰੋਸਾ ਕੈਸਾ ਬਾ ਕਮਾਲ ਹੈ। ਹੁਣ ਦਰਿਆ ਵਿੱਚ ਬੇੜਾ ਡੁੱਬ ਰਿਹਾ ਹੋਵੇ, ਬੰਦਾ ਕਵੇਗਾ ਕੋਈ ਹੱਥ ਪੈਰ ਮਾਰਾਂ, ਕੋਈ ਰਸਤਾ ਲੱਭਾਂ, ਕਿਸੇ ਨੂੰ ਆਵਾਜ਼ ਲਾਵਾਂ, ਪਰ ਕਿਹੋ ਜਿਹਾ ਭਰੋਸਾ ਹੋਵੇਗਾ। ਮਨ ਵਿੱਚ ਸੋਚਿਆ ਹੱਥ ਪੈਰ ਹਿਲਾਉਣ ਦੀ ਬਜਾਏ ਦੋਵੇਂ ਹੱਥ ਜੋੜ ਕੇ ਗੁਰੂ ਅੱਗੇ ਅਰਦਾਸ ਕਰਾਂ, ਦੁਨੀਆ ਦੇ ਲੋਕਾਂ ਨੂੰ ਆਵਾਜ਼ ਲਾਉਣ ਦੀ ਬਜਾਏ ਦੁਨੀਆ ਨੂੰ ਬਣਾਉਣ ਵਾਲੇ ਮਾਲਕ ਨੂੰ ਯਾਦ ਕਰਾਂ। ਪਿਆਰ ਵਾਲਿਓ, ਜੇ ਭਰੋਸੇ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਤਾਂ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੀ ਲਾਜ ਰੱਖੀ, ਮਹਾਰਾਜ ਸਹਾਈ ਹੋਏ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿ ਗੁਰੂ ਬਖਸ਼ਿਸ਼ਾਂ ਦਾ, ਰਹਿਮਤਾਂ ਦਾ ਸੋਮਾ ਹੈ, ਪਰ ਸਾਨੂੰ ਚਾਹੀਦਾ ਸੀ ਮਨ ਕਰਕੇ ਗੁਰੂ ਨਾਲ ਜੁੜ ਜਾਈਏ। ਕੇਵਲ ਤਨ ਦੀਆਂ ਹਰਕਤਾਂ ਕਰਕੇ ਗੁਰੂ ਅੱਗੇ ਨਾ ਨਿਵੀਏ, ਸਾਡਾ ਮਨ ਵੀ ਗੁਰੂ ਅੱਗੇ ਝੁਕ ਜਾਵੇ, ਮਨ ਕਰਕੇ ਪ੍ਰੀਤ ਗੁਰੂ ਚਰਨਾਂ ਦੇ ਵਿੱਚ ਪੈ ਜਾਵੇ। ਜਦੋਂ ਗੁਰ ਸ਼ਬਦ ਪੜ੍ਹਦੇ ਆ, ਨਿਤਨੇਮ ਕਰਦੇ ਆ, ਨਿਤਨੇਮ ਕਰਨ ਲੱਗਿਆਂ ਇਹ ਪ੍ਰੀਤ ਹੋਵੇ ਗੁਰੂ ਚਰਨਾਂ ਦੇ ਵਿੱਚ, ਪ੍ਰੇਮ ਹੋਵੇ, ਭਰੋਸਾ ਹੋਵੇ ਕਿ ਜੇ ਮੈਂ ਨਿਤਨੇਮ ਕਰ ਰਿਹਾ ਗੁਰੂ ਹਾਜ਼ਰ ਹੈ, ਗੁਰੂ ਮੈਨੂੰ ਸੁਣ ਰਿਹਾ। ਸਾਨੂੰ ਪ੍ਰੀਤ ਪ੍ਰੇਮ ਦੇ ਚਰਨਾਟੇ ਛਿੜ ਜਾਣੇ, ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਤਨੇਮ ਦੇ ਵਿੱਚ ਸ਼ਬਦ ਹਜ਼ਾਰੇ ਵੀ ਰੱਖੇ। ਹੁਣ ਅੱਜ ਤਾਂ ਭਾਵੇਂ ਨਿਤਨੇਮ ਕਰਨ ਦੇ ਵਿੱਚ ਵੀ ਅਸੀਂ ਵੀ ਇਹ ਖੋਜ ਕਰਦੇ ਹਾਂ ਕਿ ਥੋੜਾ ਹੀ ਕਰਨਾ ਪਵੇ, ਘੱਟ ਹੀ ਕਰਨਾ ਪਵੇ, ਪਰ ਪੁਰਾਤਨ ਗੁਰਸਿੱਖਾਂ ਦੇ ਨਿਤਨੇਮ ਵੀ ਖਾਲਸਾ ਜੀ ਬਹੁਤ ਭਰੋਸੇ ਵਾਲੇ ਤੇ ਬਹੁਤ ਪਿਆਰ ਵਾਲੇ ਸਨ। ਜਪਜੀ ਸਾਹਿਬ ਦੇ ਨਾਲ ਸ਼ਬਦ ਹਜ਼ਾਰੇ ਕਰਨੇ, ਜਾਪ ਸਾਹਿਬ ਦੇ ਨਾਲ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਉਹ ਸ਼ਬਦ ਹਜ਼ਾਰੇ ਕਰਨੇ, ਅਕਾਲ ਉਸਤਤ ਦੇ ਜਾਪ ਕਰਨੇ, ਸੁਖਮਨੀ ਸਾਹਿਬ ਦੇ ਜਾਪ ਕਰਨੇ, ਆਸਾ ਕੀ ਵਾਰ ਦੇ ਜਾਪ ਕਰਨੇ, ਕਬਿਓ ਬਾਚ ਬੇਨਤੀ ਚੌਪਈ ਸਾਹਿਬ ਦੇ, ਆਨੰਦ ਸਾਹਿਬ ਦੇ, ਸਿੱਧ ਗੋਸ਼ਟ ਬਾਣੀ ਦੇ ਵੀ ਜਾਪ ਕਰਿਆ ਕਰਨੇ। ਪਰ ਮਾਫ ਕਰਨਾ, ਅੱਜ ਜਦੋਂ ਬਾਣੀ ਪੜਨ ਦਾ ਸਮਾਂ ਆਉਂਦਾ ਹੈ ਨਾ, ਪਹਿਲਾਂ ਇਹ ਪੁੱਛਦੇ ਆ, ਭਾਈ ਸਾਹਿਬ ਬਾਣੀ ਉਹ ਦੱਸੋ ਜਿਹਨੂੰ ਪੜ੍ਹਦਿਆਂ ਹੀ ਸੁੱਖ ਮਿਲ ਜਾਣ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਸਾਨੂੰ ਪਤਾ ਹੈ, ਮਹਾਰਾਜ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਤੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਜਾਪ ਵੀ ਨਹੀਂ ਛੱਡਿਆ। ਪਰ ਬਹੁਤ ਘੱਟ ਗੁਰਸਿੱਖ ਹੋਣਗੇ ਜਿਨ੍ਹਾਂ ਦੇ ਨਿਤਨੇਮ ਦੇ ਵਿੱਚ ਆਸਾ ਕੀ ਵਾਰ ਦਾ ਨਿਤਨੇਮ ਵੀ ਹੋਵੇਗਾ, ਕਿਉਂਕਿ ਆਸਾ ਕੀ ਵਾਰ ਤੋਂ ਗੁਰੂ ਕੇ ਸਿੱਖ ਨੇ ਕੀ ਲੈਣਾ। ਸੁਖਮਨੀ ਸੁਖਾਂ ਦੀ ਨਿੱਧ ਪੜ੍ਹਦਿਆਂ ਸੁਣਦਿਆਂ ਦੇ ਕਾਰਜ ਸਿੱਧ। ਖਾਲਸਾ ਜੀ ਭਰੋਸਾ ਹੋਵੇ, ਇੱਕ ਓੰਕਾਰ ਵੀ ਪ੍ਰੇਮ ਨਾਲ ਕਵਾਂਗੇ ਤੇ ਸੁੱਖਾਂ ਦੀਆਂ ਦਾਤਾਂ ਮਿਲ ਜਾਣੀਆਂ। ਪਰ ਬਾਣੀ ਜਦੋਂ ਵੀ ਪੜ੍ਹੀਏ ਨਾ, ਇਹ ਨਾ ਸੋਚੀਏ ਕਿ ਆ ਮਿਲੇਗਾ ਆ ਮਿਲੇਗਾ। ਖਾਲਸਾ ਜੀ ਜਦੋਂ ਮੀਂਹ ਪੈ ਰਿਹਾ ਹੋਵੇ, ਬਰਸਾਤ ਪੈ ਰਹੀ ਹੋਵੇ ਨਾ, ਤੇ ਬਾਰ-ਬਾਰ ਜਾ ਕੇ ਬੱਦਲ ਨੂੰ ਕਹਿਣਾ ਨਹੀਂ ਪੈਂਦਾ ਕਿ ਭਾਈ ਥੋੜੀ ਜੀ ਵਰਖਾ ਮੇਰੇ ਘਰ ਤੇ ਵੀ ਕਰ ਜਾ।
ਗੁਰੂ ਦਰਬਾਰ ਦੇ ਵਿੱਚ ਰਹਿਮਤਾਂ ਦਾ, ਬਖਸ਼ਿਸ਼ਾਂ ਦਾ ਮੀਂਹ ਸਦਾ ਹੀ ਵਰਦਾ ਹੈ। ਇੱਥੇ ਗੁਰੂ ਅੱਗੇ ਕਹਿਣਾ ਨਹੀਂ ਪੈਂਦਾ ਕਿ ਮਹਾਰਾਜ ਮੇਰੇ ਤੇ ਵੀ ਬਖਸ਼ਿਸ਼ ਕਰ ਦਿਓ, ਰਹਿਮਤ ਕਰ ਦਿਓ। ਜਿਹੜਾ ਗੁਰੂ ਅੱਗੇ ਝੁਕ ਜਾਂਦਾ, ਬਖਸ਼ਿਸ਼ ਉਹਦੇ ਤੇ ਜ਼ਰੂਰ ਹੋ ਜਾਂਦੀ ਹੈ। ਬਸ ਗੁਰੂ ਅੱਗੇ ਜੇ ਕਹਿਣਾ ਪੈਂਦਾ, ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾਨੇ ਤੇਰੀ। ਮੈਂ ਤੇਰੇ ਦਰ ਤੇ ਆਇਆ, ਤੂੰ ਮੇਰੀ ਲਾਜ ਰੱਖ ਲਈ। ਸੋ ਇਸ ਤਰ੍ਹਾਂ ਪ੍ਰੇਮ ਪਾਉਣਾ ਤੇ ਰੱਬ ਨਾਲ ਪਾਈਏ। ਸਤਿਗੁਰੂ ਕਹਿੰਦੇ ਆਹ ਪ੍ਰੀਤ ਪ੍ਰਮਾਤਮਾ ਦਾ ਪ੍ਰੇਮ ਸਦਾ ਤੋੜ ਨਿਭਦਾ ਹੈ, ਸਦਾ ਸਹਾਈ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਪ੍ਰੇਮ ਹੋਵੇ, ਪ੍ਰੇਮ ਦੇ ਸੁਨੇਹੇ ਰੱਬ ਤੱਕ ਗੁਰੂ ਕਾ ਸਿੱਖ ਪਹੁੰਚਾਏ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾ ਤਰੱਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਸੋ ਖਾਲਸਾ ਜੀ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹੋ ਉਪਦੇਸ਼ ਕਰਦੇ ਨੇ ਕਿ ਤੂੰ ਆਪਣੇ ਮਨ ਨੂੰ ਸਮਝਾ, ਸਾਖਤਾਂ ਦੀ ਸੰਗਤ ਨਾ ਕਰੇ, ਇਹਨਾਂ ਦੇ ਨਾਲ ਪ੍ਰੀਤ ਨਾ ਪਾਵੇ, ਇਹ ਤੋੜ ਨਹੀਂ ਨਿਭਦੀ। ਇੱਕ ਵਿਦਵਾਨ ਦੇ ਬੋਲ ਨੇ, ਮਨ ਅਸਵਾਰ ਪਵਨ ਕਾ ਘੋੜਾ, ਅਸਾਂ ਗਗਨ ਤਮਾਸ਼ੇ ਜਾਣਾ, ਗਗਨ ਅੰਦਰ ਇੱਕ ਬਾਗ ਅਜਾਇਬ, ਚੁਣ ਅੰਮ੍ਰਿਤ ਫਲ ਖਾਣਾ। ਕਹਿੰਦੇ ਆਪਣੇ ਮਨ ਨੂੰ ਅਸਵਾਰ ਬਣਾ ਘੋੜੇ ਦਾ। ਹੁਣ ਘੋੜਾ ਕੀ ਹੈ? ਕਹਿੰਦੇ ਘੋੜਾ ਹੈ ਪਵਨ, ਪਵਨ ਤੋਂ ਭਾਵ ਤੇਰੇ ਸਵਾਸ। ਕਹਿੰਦੇ ਸਵਾਸਾਂ ਦੇ ਘੋੜੇ ਦਾ ਸਵਾਰ ਬਣਾ ਲੈ ਆਪਣੇ ਮਨ ਨੂੰ, ਤੇ ਸਵਾਸਾਂ ਦੇ ਘੋੜੇ ਦੇ ਉੱਤੇ ਗਗਨ ਤੱਕ ਪਹੁੰਚਣਾ, ਗਗਨ ਮੰਡਲ ਤੱਕ। ਗਗਨ ਮੰਡਲ ਮਹਿ ਬੁੰਗਾ ਹਮਾਰਾ, ਮਹਾਕਾਲ ਰਖਵਾਰਾ ਹੈ। ਗਗਨ ਤੋਂ ਭਾਵ ਸੁਰਤ ਤੱਕ ਪਹੁੰਚਣਾ। ਸਵਾਸਾਂ ਦੇ ਘੋੜੇ ਤੇ ਸਵਾਰ ਹੋ ਕੇ, ਜੋ ਸਾਸ ਗਿਰਾਸ ਧਿਆਵੈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਸਵਾਸ ਗਿਰਾਸ ਵਾਹਿਗੁਰੂ ਗੁਰਮੰਤਰ ਦਾ, ਸਤਨਾਮ ਵਾਹਿਗੁਰੂ ਦਾ ਮੂਲ ਮੰਤਰ ਦਾ ਅਭਿਆਸ ਕਰਦਾ ਹੈ, ਸਵਾਸਾਂ ਨੂੰ ਘੋੜਾ ਬਣਾ ਕੇ ਮਨ ਨੂੰ ਅਸਵਾਰ ਕਰਕੇ ਉਸ ਸੁਰਤ ਦੇ ਗਗਨ ਤੱਕ ਪਹੁੰਚਦਾ। ਖਾਲਸਾ ਜੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਕਮਾਉਂਦਾ ਹੈ। ਤਾਂ ਵਿਦਵਾਨ ਕਹਿੰਦਾ ਉਸ ਬਾਗ ਦੇ ਅੰਦਰ, ਉਸ ਗਗਨ ਦੇ ਅੰਦਰ ਇੱਕ ਬਾਗ ਹੈ, ਇੱਕ ਬਗੀਚਾ ਹੈ, ਤੇ ਉਸ ਬਗੀਚੇ ਦੇ ਅੰਦਰ ਇੱਕ ਅੰਮ੍ਰਿਤ ਫਲ ਹੈ। ਜਿਹੜਾ ਅੰਮ੍ਰਿਤ ਫਲ ਇਸ ਇਨਸਾਨ ਨੇ ਖਾਣਾ ਹੈ, ਉਹ ਅੰਮ੍ਰਿਤ ਫਲ ਹੈ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਕਹਿੰਦੇ ਉਹ ਅੰਮ੍ਰਿਤ ਫਲ ਹੈ ਪ੍ਰਮਾਤਮਾ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਨਾਮ। ਉਸ ਅੰਮ੍ਰਿਤ ਫਲ ਨੂੰ ਚੁਗਣਾ ਗੁਰੂ ਕੇ ਸਿੱਖ ਨੇ। ਸੋ ਇਸ ਕਰਕੇ ਜੇ ਰੱਬ ਨਾਲ ਪ੍ਰੀਤ ਪਾਉਣੀ ਹੈ, ਫਿਰ ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਕਿਤੇ ਨਾ ਜੀਵਨ ਦੇ ਵਿੱਚ ਜਿੱਥੇ ਸਾਰਾ ਸਮਾਂ ਆਪਾਂ ਕੰਮਾਂ ਕਾਰਾਂ ਨੂੰ ਦਿੰਨੇ ਆ, ਰਿਸ਼ਤੇਦਾਰਾਂ ਨੂੰ ਦਿੰਨੇ ਆ, ਪਰਿਵਾਰ ਨੂੰ ਦਿੰਨੇ ਆ, ਕਿਤੇ ਘਰੇ ਟਿਕਾ ਦੇ ਵਿੱਚ ਇਕਾਂਤ ਵਿੱਚ ਬੈਠ ਕੇ ਕੱਲਿਆਂ ਨੇਤਰ ਬੰਦ ਕਰਕੇ ਆਪਣੇ ਮਨ ਵਿੱਚ ਝਾਤ ਵੀ ਪਾਇਆ ਕਰੀਏ, ਤੇ ਇੱਕ ਵਾਰ ਇਹ ਆਪਣੇ ਜੀਵਨ ਦੇ ਸਾਰੇ ਦਿਨ ਚੇਤੇ ਕਰਿਆ ਕਰੀਏ। ਜਨਮ ਤੋਂ ਲੈ ਕੇ ਅੱਜ ਤੱਕ ਦੀ ਆਯੂ ਤੱਕ ਜੋ ਜੋ ਦਿਨ ਆਪਾਂ ਇਨ੍ਹਾਂ ਅੱਖਾਂ ਨਾਲ ਵੇਖੇ ਨੇ ਨਾ, ਉਹ ਸਾਰਾ ਕੁਝ ਸਾਡੇ ਦਿਮਾਗ ਦੇ ਅੰਦਰ ਕੈਦ ਹੋ ਰਿਹਾ, ਸੇਵ ਹੋ ਰਿਹਾ। ਉਹਨਾਂ ਨੂੰ ਯਾਦ ਕਰਿਆ ਕਰੀਏ, ਉਹਨਾਂ ਦਿਨਾਂ ਨੂੰ ਯਾਦ ਕਰਕੇ ਫਿਰ ਇਹ ਵੇਖਿਆ ਕਰੀਏ ਵੀ ਉਦੋਂ ਕਿੰਨੀ ਉਮਰ ਸੀ ਤੇ ਅੱਜ ਕਿੰਨੀ ਉਮਰ ਹੈ। ਤੇ ਜਦੋਂ ਵੇਖਾਂਗੇ ਵੀ ਇੰਨੀ ਉਮਰ ਬੀਤ ਗਈ ਹੈ, ਗੁਜ਼ਰ ਗਈ ਹੈ, ਪਤਾ ਵੀ ਨਹੀਂ ਲੱਗਿਆ, ਇਦਾਂ ਲੱਗਦਾ ਜਿਵੇਂ ਕੱਲ ਦਾ ਦਿਨ ਸੀ, ਤਾਂ ਫਿਰ ਇੱਕ ਵਾਰ ਮਨ 'ਚ ਜ਼ਰੂਰ ਆਵੇਗਾ ਇਤਨੀ ਉਮਰ ਅਜਾਈਂ ਗਵਾ ਦਿੱਤੀ, ਪਰ ਖੱਟਿਆ ਦੁਨੀਆ ਵਿੱਚ ਕੁਝ ਵੀ ਨਹੀਂ। ਸਤਿਗੁਰੂ ਨੇ ਕਿਹਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇੱਥੇ ਹਰੀ ਦੇ ਨਾਮ ਦਾ ਲਾਹਾ ਖੱਟ ਕੇ ਜਾ। ਤੇਰੀ ਉਮਰ ਬੀਤ ਰਹੀ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਪ ਘਟੈ ਤਨ ਛੀਜੈ। ਉਮਰ ਬੀਤ ਰਹੀ ਹੈ, ਗੁਜ਼ਰ ਰਹੀ ਹੈ। ਸੋ ਇਸ ਕਰਕੇ ਜੋ ਸਮਾਂ ਮਿਲਿਆ, ਇਹਦੇ 'ਚ ਬੰਦਗੀ ਦਾ, ਭਜਨ ਦਾ ਉਦਮ ਜ਼ਰੂਰ ਕਰਨਾ ਚਾਹੀਦਾ। ਡਾਢੇ ਰੱਬ ਦੇ ਨਾਲ ਪ੍ਰੀਤ ਜ਼ਰੂਰ ਪਾਉਣੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਕਹਿੰਦੇ ਝੂਠਾ ਕੀਰੇ ਝੂਠ ਪ੍ਰੀਤ। ਝੂਠਿਆਂ ਦੀ ਪ੍ਰੀਤੀ ਝੂਠੀ ਹੈ, ਪਰ ਸਾਹਿਬ ਦੀ ਪ੍ਰੀਤੀ ਝੂਠੀ ਨਹੀਂ ਹੁੰਦੀ। ਇਸ ਕਰਕੇ ਤੂੰ ਰੱਬ ਨਾਲ ਪ੍ਰੀਤ ਪਾ, ਤਾਂ ਤੋੜ ਨਿਭੇਗੀ। ਜਿਨ੍ਹਾਂ ਨਾਲ ਤੂੰ ਪ੍ਰੀਤ ਪਾ ਕੇ ਬੈਠਾ,
ਇਹ ਤੋੜ ਨਹੀਂ ਨਿਭ ਸਕਦੀ। ਸਾਕਤ ਕਦੇ ਵੀ ਤੇਰੇ ਨਾਲ ਸਾਥ ਨਹੀਂ ਦੇ ਸਕਦਾ। ਰੱਬ ਤੋਂ ਤੋੜ ਜ਼ਰੂਰ ਸਕਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਉਪਦੇਸ਼ ਕਰਦੇ ਹਨ। ਜਿਉ ਕਾਜਰ ਪਰ ਮੰਦਰ ਰਾਖਿਓ, ਜੋ ਪੈਸਾ ਕਾਲੂ ਖੀਰੇ। ਸਤਿਗੁਰੂ ਕਹਿੰਦੇ ਜੋ ਕਾਜਰ ਭਰ ਮੰਦਰ ਰਾਖਿਓ। ਹੁਣ ਕਹਿੰਦੇ ਕਿਸੇ ਘਰ ਦੇ ਵਿੱਚ ਕਮਰਾ ਹੋਵੇ, ਕਮਰੇ ਵਿੱਚ ਬਹੁਤ ਕਾਲਕ ਲੱਗੀ ਹੋਵੇ, ਬੰਦੇ ਨੇ ਆ ਸਫੇਦ ਵਸਤਰ ਪਾਏ ਹੋਣ ਨਾ, ਸਫੇਦ ਵਸਤਰ ਪਾ ਕੇ ਉਸ ਘਰ ਵਿੱਚ ਚਲਿਆ ਜਾਵੇ ਜਿੱਥੇ ਬਹੁਤ ਕਾਲਕ ਲੱਗੀ ਹੈ, ਜਿਤਨਾ ਮਰਜੀ ਉਪਾਵ ਕਰ ਲਵੇ, ਸਫੇਦ ਵਸਤਰ ਨੂੰ ਕਾਲਕ ਲੱਗ ਹੀ ਜਾਣੀ ਹੈ। ਖਾਲਸਾ ਜੀ, ਇਸੇ ਤਰ੍ਹਾਂ ਜਿਹੜਾ ਸਾਡਾ ਜੀਵਨ ਹੈ ਨਾ, ਜਿਹੜੀ ਜ਼ਿੰਦਗੀ ਹੈ, ਜਦੋਂ ਜਨਮ ਹੁੰਦਾ ਹੈ, ਸਾਡਾ ਜਨਮ ਜਦੋਂ ਹੁੰਦਾ ਹੈ, ਸਾਡੀ ਜੋ ਜ਼ਿੰਦਗੀ ਹੈ ਇਹ ਵੀ ਇੱਕ ਕੋਰਾ ਕਾਗਜ਼ ਹੀ ਹੁੰਦਾ, ਇੱਕ ਸਫੇਦ ਵਸਤਰ ਦੀ ਤਰ੍ਹਾਂ ਹੁੰਦਾ। ਪਰ ਜਿਸ ਸੰਸਾਰ ਰੂਪੀ ਮੰਦਰ ਵਿੱਚ ਆਪਾਂ ਰਹਿ ਰਹੇ ਹਾਂ, ਇੱਥੇ ਕਾਲਕ ਬਹੁਤ ਲੱਗੀ ਹੈ। ਸੰਸਾਰ ਰੂਪੀ ਮੰਦਰ ਦੇ ਵਿੱਚ ਬਹੁਤ ਪ੍ਰਕਾਰ ਦੀ ਕਾਲਕ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਕਾਲਕ ਹੈ। ਈਰਖਾ, ਦ્વੈਸ਼ ਦੀ ਕਾਲਕ ਹੈ। ਝੂਠ ਦੀ ਕਾਲਕ ਹੈ। ਜਿਹੜੇ ਨਾਮ ਦਾ ਆਸਰਾ ਤੱਕਦੇ ਨੇ ਇਸ ਕਾਲਕ ਤੋਂ ਬਚ ਜਾਂਦੇ ਨੇ, ਪਰ ਜਿਹੜਾ ਨਾਮ ਦਾ ਆਸਰਾ ਨਹੀਂ ਤੱਕਦਾ, ਭਜਨ ਦਾ ਆਸਰਾ ਨਹੀਂ ਤੱਕਦਾ, ਗੁਰ ਸ਼ਬਦ ਦਾ ਆਸਰਾ ਨਹੀਂ ਤੱਕਦਾ, ਉਹਨਾਂ ਦੇ ਜੀਵਨ ਨੂੰ ਕਾਲਕ ਲੱਗ ਹੀ ਜਾਂਦੀ ਹੈ। ਤਾਂ ਮਾਫ ਕਰਨਾ, ਸਾਡੇ ਜੀਵਨ ਨੂੰ ਤਾਂ ਕਈ ਜਨਮਾਂ ਤੋਂ ਕਾਲਕ ਲੱਗ ਰਹੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਮਨ ਤੇ ਕਾਲਾ ਹੋਇਆ ਪਿਆ, ਕਿਤਨੇ ਜਨਮਾਂ ਦੀ ਕਾਲਕ ਲੱਗੀ ਹੈ, ਪਰ ਕਦੇ ਉਸ ਕਾਲਕ ਨੂੰ ਸਾਫ਼ ਕਰਨ ਦਾ ਯਤਨ ਨਹੀਂ ਕੀਤਾ। ਸਤਿਗੁਰੂ ਕਹਿੰਦੇ ਇਸ ਕਰਕੇ ਸੰਸਾਰ ਰੂਪੀ ਮੰਦਰ ਦੇ ਵਿੱਚ ਕਾਲਕ ਹੈ, ਪਰ ਹਾਲਾਤ ਇਹ ਬਣ ਗਏ ਨੇ, ਜੋ ਕਾਲਕ ਹੈ ਤੈਨੂੰ ਉਹ ਸਫੇਦ ਜਾਪਦੀ ਹੈ। ਭਾਵ ਕਿ ਗਲਤ ਕੰਮ, ਵਿਸ਼ੇ ਵਿਕਾਰ, ਜਿਨ੍ਹਾਂ ਦਾ ਰਸ ਇਨਸਾਨ ਭੋਗਦਾ ਹੈ, ਇਹਨੂੰ ਜਾਪਦਾ ਇਹ ਆਨੰਦਮਈ ਹੈ, ਪਰ ਅਸਲ ਦੇ ਵਿੱਚ ਇਹ ਜ਼ਹਿਰ ਦੀ ਨਿਆਈ ਹੈ, ਬਿਖ ਦੀ ਨਿਆਈ ਹੈ। ਇਸੇ ਕਰਕੇ ਸਤਿਗੁਰੂ ਨੇ ਕਿਹਾ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਕਹਿੰਦੇ ਬੀਜ ਦਾ ਤੇ ਬਿਖ ਹੈ, ਬੀਜ ਜ਼ਹਿਰ ਰਿਹਾ, ਆ ਕੇ ਰੱਬ ਕੋਲੋਂ ਮੰਗਦਾ ਅੰਮ੍ਰਿਤ, ਰੱਬ ਕੋਲੋਂ ਮੰਗਦਾ ਸੁੱਖ, ਬੀਜ ਦਾ ਦੁੱਖ ਹੈ। ਤੇ ਕਹਿੰਦੇ ਵੇਖੋ ਰੱਬ ਦੇ ਨਾਲ ਨਿਆਂ ਕਿਹੋ ਜਿਹਾ ਕਰ ਰਿਹਾ। ਜੋ ਬੀਜਾਂਗੇ ਵੱਢਣਾ ਤੇ ਉਹ ਪਵੇਗਾ ਨਾ। ਬਾਹਰੋਂ ਸਫੇਦ ਵਸਤਰ ਪਾ ਕਰਕੇ ਅਸੀਂ ਆਪਣੇ ਅੰਦਰਲੇ ਕਰਮ ਲੁਕਾ ਤੇ ਸਕਦੇ ਹਾਂ ਦੁਨੀਆ ਕੋਲੋਂ, ਪਰ ਰੱਬ ਨੂੰ ਸਾਡੇ ਅੰਦਰਲੇ ਕਰਮਾਂ ਦਾ ਵੀ ਪਤਾ ਹੈ। ਉਹ ਸਦਾ ਸਾਨੂੰ ਦੇਖ ਰਿਹਾ ਹੈ। ਜੋ ਅਸੀਂ ਕਰਮ ਕਮਾ ਰਹੇ ਹਾਂ, ਪਰਮਾਤਮਾ ਹਰ ਇੱਕ ਕਰਮ ਨੂੰ ਜਾਣਦਾ ਹੈ। ਇਸ ਕਰਕੇ ਸਤਿਗੁਰੂ ਨੇ ਇੱਕ ਘਰ ਦਾ ਉਦਾਹਰਣ ਦਿੱਤਾ ਕਿ ਸਾਨੂੰ ਸਮਝ ਪੈ ਜਾਵੇ ਕਿ ਘਰ ਵਿੱਚ ਕਾਲਕ ਹੋਵੇ, ਅਸੀਂ ਆਪਣੇ ਕੱਪੜੇ ਗੰਦੇ ਹੋਣ ਤੋਂ ਨਹੀਂ ਬਚਾ ਸਕਦੇ ਜਦੋਂ ਤੱਕ ਉਹ ਕਾਲਕ ਸਾਫ਼ ਨਾ ਕੀਤੀ ਜਾਵੇ। ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਕਾਲਕ ਲੱਗਣ ਤੋਂ ਉਦੋਂ ਤੱਕ ਨਹੀਂ ਬਚਾ ਸਕਦੇ ਜਦੋਂ ਤੱਕ ਨਾਮ ਦੇ ਸਾਬਣ ਦੇ ਨਾਲ ਇਸ ਨੂੰ ਸਾਫ਼ ਨਾ ਕੀਤਾ ਜਾਵੇ, ਗੁਰ ਸ਼ਬਦ ਦਾ ਆਸਰਾ ਨਾ ਤੱਕਿਆ ਜਾਵੇ। ਦੂਰ ਹੋਈ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੇ ਤ੍ਰਿਕੁਟੀ ਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰ ਸ਼ਬਦ ਦਾ ਆਸਰਾ ਤੱਕਦੇ ਨੇ, ਜਿਹੜੇ ਗੁਰ ਚਰਨਾਂ ਵਿੱਚ ਸੁਰਤ ਨੂੰ ਜੋੜਦੇ ਨੇ, ਗੁਰ ਚਰਨਾਂ ਵਿੱਚ ਸੁਰਤ ਨੂੰ ਜੋੜ ਕਰਕੇ ਜਿਹੜੇ ਤ੍ਰਿਕੁਟੀ ਤੋਂ ਬਚ ਜਾਂਦੇ ਨੇ, ਤਿੰਨ ਗੁਣਾਂ ਤੋਂ ਬਚ ਜਾਂਦੇ ਨੇ, ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਨੇ, ਜਿਨ੍ਹਾਂ ਦੇ ਮੱਥੇ ਦੀਆਂ ਤਿਉੜੀਆਂ ਦੂਰ ਹੋ ਜਾਂਦੀਆਂ ਨੇ, ਕਹਿੰਦੇ ਉਹ ਸਾਕਤ ਦੀ ਸੰਗਤ ਨੂੰ ਵੇਖ ਕੇ ਦੂਰੋਂ ਹੀ ਭੱਜ ਜਾਂਦੇ ਨੇ। ਅੱਜ ਦੇ ਸਮੇਂ ਦੇ ਵਿੱਚ ਨਾ, ਜਿਹਨੂੰ ਕੋਈ ਥੋੜਾ ਬਹੁਤ ਗਿਆਨ ਹੁੰਦਾ ਹੈ ਨਾ, ਉਹ ਲੱਭਦਾ ਕਿ ਮੈਂ ਕਿਹਨੂੰ ਆਪਣਾ ਗਿਆਨ ਸੁਣਾਵਾਂ, ਮੈਂ ਕਿਹਦੇ ਨਾਲ ਜਾ ਕੇ ਬਹਿਸ ਕਰਾਂ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਚਾਰ ਕਰਨੀ ਇੱਕ ਵਿਲੱਖਣ ਬਾਤ ਹੈ। ਕਿਸੇ ਦੇ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਪ੍ਰਮਾਤਮਾ ਦੀ ਵਿਚਾਰ ਕਰਨੀ ਜਾਂ ਕੀਰਤਨ ਕਰਨਾ ਇੱਕ ਵੱਖਰੀ ਬਾਤ ਹੈ। ਆਏ ਸੰਤ ਪਰੋਹਣੇ, ਕੀਰਤਨ ਹੋਆ ਰਹਿਣ ਸਵਾਈ।
ਪਰ ਬਿਨਾਂ ਕਿਸੇ ਭਾਵ ਤੋਂ, ਕਿਸੇ ਸਾਕਤ ਦੇ ਨਾਲ, ਨਿੰਦਕ ਦੇ ਨਾਲ ਅਜਾਈ ਬਹਿਸ ਕਰੀ ਜਾਣਾ ਕੇਵਲ ਤੇ ਕੇਵਲ ਆਪਣੇ ਸਵਾਸਾਂ ਦੀ ਬਰਬਾਦੀ ਹੈ, ਹੋਰ ਕੁਝ ਵੀ ਨਹੀਂ। ਮਹਾਂਪੁਰਖ ਬਾਬਾ ਅਤਰ ਸਿੰਘ ਜੀ ਉਹ ਅਕਸਰ ਆਪਣੇ ਪੈਰੋਕਾਰਾਂ ਨੂੰ, ਸੇਵਕਾਂ ਨੂੰ, ਸੰਗਤ ਨੂੰ ਉਪਦੇਸ਼ ਦਿਆ ਕਰਦੇ ਸਨ ਕਿ ਭਾਈ ਬਚਨ ਜ਼ੁਬਾਨ ਦੇ ਵਿੱਚੋਂ ਉਹੀ ਕਰਨਾ ਚਾਹੀਦਾ ਜਿਹਦਾ ਕੋਈ ਲਾਭ ਵੀ ਹੋ ਜਾਵੇ। ਮਹਾਂਪੁਰਸ਼ਾਂ ਨੇ ਕਹਿਣਾ, ਦੁਨੀਆ ਦੇ ਵਿੱਚ ਲੋਕ ਕਿਤਨਾ ਸਮਾਂ ਉਹਨਾਂ ਗੱਲਾਂ ਤੇ ਬਰਬਾਦ ਕਰ ਦਿੰਦੇ ਨੇ ਜਿਨ੍ਹਾਂ ਗੱਲਾਂ ਬਾਰੇ ਵਿਚਾਰ ਕਰਕੇ ਹਾਸਲ ਕੁਝ ਵੀ ਨਹੀਂ ਹੋਣਾ। ਬੰਦਾ ਜਦੋਂ ਅਖਬਾਰ ਪੜ੍ਹਦਾ ਹੈ ਜਾਂ ਅੱਜ ਕੱਲ ਮੋਬਾਈਲ ਦੇ ਕੁਝ ਵੇਖਦਾ ਹੈ, ਕਿਤਨਾ ਸਮਾਂ ਉਹਨਾਂ ਦੀਆਂ ਗੱਲਾਂ ਤੇ ਬਰਬਾਦ ਕਰਦਾ ਜਿਨ੍ਹਾਂ ਦੀਆਂ ਗੱਲਾਂ ਕਰਕੇ ਨਾ ਉਹਨਾਂ ਨੂੰ ਕੋਈ ਅਸਰ ਹੈ ਤੇ ਨਾ ਸਾਨੂੰ ਕੋਈ ਅਸਰ ਹੈ। ਦੁਨੀਆ ਦੇ ਲੋਕ 2-2 ਘੰਟੇ ਇਲੈਕਸ਼ਨਾਂ ਤੇ ਗੱਲਾਂ ਕਰੀ ਜਾਣਗੇ, ਕਦੇ ਕਿਸੇ ਮੰਤਰੀ ਦੇ ਬਾਰੇ ਗੱਲਾਂ ਕਰੀ ਜਾਣਗੇ, ਭਾਵ ਕਿ ਕੋਈ ਨਾ ਕੋਈ ਮੁੱਦਾ ਲੱਭਦੇ ਨੇ ਜਿਹਦੇ ਬਾਰੇ ਗੱਲ ਕਰ ਸਕੀਏ। ਪਰ ਮਹਾਂਪੁਰਸ਼ਾਂ ਨੇ ਕਹਿਣਾ, ਜਿਨ੍ਹਾਂ ਗੱਲਾਂ ਦਾ ਕੋਈ ਪ੍ਰਭਾਵ ਨਾ ਹੋਵੇ, ਜਿਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੋਵੇ, ਕਦੇ ਵੀ ਜ਼ੁਬਾਨ ਤੋਂ ਉਹ ਬਚਨ ਨਹੀਂ ਕਰਨਾ ਚਾਹੀਦਾ। ਉਹ ਬਚਨ ਕਰੀਏ ਜਿਹਦਾ ਕੋਈ ਲਾਭ ਹੋਣਾ। ਤੇ ਪੁੱਛਿਆ ਜੀ ਲਾਭ ਕਿਹੜੇ ਬਚਨ ਦਾ ਹੁੰਦਾ? ਕਹਿੰਦੇ ਲਾਭ ਹੁੰਦਾ 2 ਬਚਨਾਂ ਦਾ, ਜਾਂ ਤੇ ਰੱਬ ਦੇ ਪਿਆਰਿਆਂ ਦੇ ਨਾਲ, ਗੁਰੂ ਪਿਆਰਿਆਂ ਨਾਲ, ਗੁਰੂ ਨਾਨਕ ਦੀਆਂ ਗੱਲਾਂ ਕਰੇ, ਜਾਂ ਤੇ ਗੁਰੂ ਪਿਆਰਿਆਂ ਨਾਲ, ਗੁਰੂ ਨਾਨਕ ਦੀਆਂ ਗੱਲਾਂ ਕਰੇ, ਤੇ ਜਦੋਂ ਕੱਲਾ ਹੋਵੇ ਉਦੋਂ ਗੁਰੂ ਨਾਨਕ ਨਾਲ ਗੱਲਾਂ ਕਰੇ। ਭਾਵ ਜਦੋਂ ਕਿਸੇ ਨਾਲ ਬੈਠੇ ਉਦੋਂ ਗੁਰੂ ਸ਼ਬਦ ਦੀ ਵਿਚਾਰ ਕਰੇ, ਰੱਬ ਦੀਆਂ ਗੱਲਾਂ ਕਰੇ, ਗੁਰੂ ਨਾਨਕ ਦੀਆਂ ਸਾਖੀਆਂ ਸੁਣਾਵੇ। ਤੇ ਜਦੋਂ ਕਿਤੇ ਕੱਲਾ ਹੋਵੇ, ਇਕਾਂਤ ਵਿੱਚ ਹੋਵੇ, ਉਦੋਂ ਫਿਰ ਇੰਟਰਨੈਟ ਨਾ ਚਲਾਵੇ, ਉਦੋਂ ਫਿਰ ਗੁਰੂ ਨਾਨਕ ਨਾਲ ਗੱਲਾਂ ਕਰੇ, ਤਾਂ ਜਾ ਕੇ ਲਾਭ ਹੁੰਦਾ ਹੈ। ਸੋ ਮਹਾਂਪੁਰਸ਼ਾਂ ਦੇ ਬਚਨ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਹੈ ਕਿ ਜੇ ਕੋਈ ਕਮਾਈ ਵਾਲਾ ਮਹਾਂਪੁਰਖ ਬਚਨ ਕਰਦਾ ਉਹਦਾ ਕੋਈ ਲਾਭ ਜ਼ਰੂਰ ਹੁੰਦਾ ਜਿਹੜਾ ਕਮਾ ਲੈਂਦਾ। ਸੋ ਇਹ ਕਮਾਉਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਗੁਰ ਸ਼ਬਦ ਦਾ ਆਸਰਾ ਹੈ, ਜਿਹੜੇ ਮਾਇਆ ਦੇ ਪ੍ਰਭਾਵ ਤੋਂ ਬਚ ਗਏ ਨੇ, ਖਾਲਸਾ ਜੀ ਉਹ ਸਾਕਤ ਦੀ ਸੰਗਤ ਵੇਖ ਕੇ ਦੂਰੋਂ ਭੱਜਦੇ ਨੇ ਕਿ ਜਦੋਂ ਤੱਕ ਰੱਬ ਦੇ ਪਿਆਰੇ ਨਾ ਮਿਲਣ, ਕੋਈ ਰੱਬ ਦੀ ਗੱਲ ਸੁਣਨ ਨੂੰ ਨਾ ਮਿਲੇ, ਉਦੋਂ ਤੱਕ ਆਪਣੇ ਸਵਾਸਾਂ ਨੂੰ ਬਰਬਾਦ ਨਾ ਕਰੀਏ, ਬਲਕਿ ਹਰ ਇੱਕ ਸਵਾਸ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰੀਏ, ਪਰਮਾਤਮਾ ਨੂੰ ਚੇਤੇ ਕਰੀਏ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਕਰਦੇ, ਭਾਈ ਇਸ ਕਰਕੇ ਕਿਰਪਾਲੂ ਦਿਆਲੂ ਪਰਮਾਤਮਾ ਤੋਂ ਅੱਗੇ ਅਰਦਾਸ ਕਰ, ਚਰਨਾਂ ਵਿੱਚ ਜੋਦੜੀ ਕਰ ਕਿ ਮੈਂ ਕਦੇ ਵੀ ਕਿਸੇ ਸਾਕਤ ਦੇ ਮੱਥੇ ਨਾ ਲੱਗਾ, ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ। ਇਸੇ ਕਰਕੇ ਨਾ ਜਦੋਂ ਅਰਦਾਸ ਕਰਦੇ ਆ, ਅਰਦਾਸ ਦੇ ਵਿੱਚ ਰੋਜ਼ਾਨਾ ਜਿਤਨੀ ਵਾਰ ਵੀ ਅਰਦਾਸ ਕਰਾਂਗੇ ਆਪਾਂ ਪੜ੍ਹਦੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਅਰਦਾਸ ਕਰਨ ਵੇਲੇ ਜ਼ਰੂਰ ਮੰਗ ਹੁੰਦੀ ਹੈ ਕਿ ਸਤਿਗੁਰੂ ਉਹਨਾਂ ਦੀ ਸੰਗਤ ਦੇਣਾ ਜਿਨ੍ਹਾਂ ਦੀ ਸੰਗਤ ਦੇ ਨਾਲ ਤੁਹਾਡਾ ਨਾਮ ਚੇਤੇ ਆਵੇ। ਪਰ ਮਹਾਰਾਜ ਨੇ ਇਹ ਵੀ ਪਹਿਲਾਂ ਕਿਰਪਾ ਕੀਤੀ, ਜਦੋਂ ਗੁਰਸਿੱਖਾਂ ਨੇ ਅਰਦਾਸ ਬਣਾਈ, ਉਹਨਾਂ ਨੇ ਇਹ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਵੀ ਕਿਹਨਾਂ ਦੀ ਸੰਗਤ ਦੇ ਨਾਲ ਨਾਮ ਚੇਤੇ ਆਉਂਦਾ, ਕਿਹਨਾਂ ਦੀ ਸੰਗਤ ਕਰਕੇ ਗੁਰੂ ਤੇ ਹੋਰ ਭਰੋਸਾ ਵੱਜਦਾ। ਤਾਂ ਖਾਲਸਾ ਜੀ ਅਰਦਾਸ ਦੇ ਵਿੱਚ ਜੋ ਪਹਿਰਾ ਹੈ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਬੰਦ ਬੰਦ ਕਟਵਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਕਿੰਨਾਂ ਨੂੰ ਮਿਲ ਕੇ, ਕਿੰਨਾਂ ਦੀ ਸੰਗਤ ਨਾਲ ਨਾਮ ਚੇਤੇ ਆਉਂਦਾ ਹੈ? ਅਰਦਾਸ ਵਿੱਚ ਸਪਸ਼ਟ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ,
ਜਿਨ੍ਹਾਂ ਨੇ ਵੰਡ ਛਕਿਆ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਨਹੀਂ ਬਲਕਿ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਅੰਦਰ ਘੜਿਆ ਹੈ ਵੰਡ ਕੇ ਛਕਣ ਦਾ, ਉਹਨਾਂ ਦੀ ਸੰਗਤ ਕਰਿਆ ਕਰ, ਜਿਹੜੇ ਆਪਣੇ ਹੱਥੀਂ ਸੇਵਾ ਕਰਨੀ ਜਾਣਦੇ ਨੇ। ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਜਿਨ੍ਹਾਂ ਨੇ ਧਰਮ ਦੀ ਰਾਖੀ ਵਾਸਤੇ ਤੇਗਾਂ ਵਾਹੀਆਂ, ਦੇਖ ਕੇ ਅਣਡਿੱਠ ਕੀਤਾ। ਦੁਨੀਆ ਦੇ ਵਿੱਚ, ਜੀਵਨ ਦੇ ਵਿੱਚ ਦੁੱਖ ਵੇਖੇ ਪਰ ਵੇਖ ਕੇ ਅਣਡਿੱਠ ਕਰ ਦਿੱਤਾ। ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਜੋ ਗੁਰੂ ਹੈ ਨਾ ਖਾਲਸਾ ਜੀ, ਤੇ ਜਾਂ ਜੋ ਗੁਰੂ ਕੇ ਸਿੱਖ ਨੇ, ਜੇ ਕਿਸੇ ਇੱਕ ਵਿਅਕਤੀ ਦੀ ਗਲਤੀ ਵੇਖ ਵੀ ਲੈਣ ਤੇ ਵੇਖ ਕੇ ਅਣਵੇਖ ਕਰ ਸਕਦੇ ਨੇ। ਪਰ ਦੁਨੀਆ ਦੇ ਇਨਸਾਨ ਜੇ ਕਿਤੇ ਕਿਸੇ ਤੋਂ ਕੋਈ ਭੁੱਲ ਹੋ ਜਾਵੇ ਨਾ, ਤੇ ਫਿਰ ਸਾਰਾ ਢੋਲ ਵਜਾ ਕੇ ਸਾਰੀ ਦੁਨੀਆ ਨੂੰ ਦੱਸਦੇ ਨੇ ਕਿ ਅੱਜ ਇਸ ਵਿਅਕਤੀ ਤੋਂ ਇਹ ਗਲਤੀ ਹੋ ਗਈ ਹੈ, ਸਾਰੇ ਧਿਆਨ ਨਾਲ ਸੁਣੋ। ਪਰ ਭਗਤ ਕਬੀਰ ਜੀ ਕਹਿੰਦੇ ਕਿਸੇ ਦੀ ਗਲਤੀ ਤੇ ਵੇਖ ਕੇ ਬਾਹਲਾ ਖੁਸ਼ ਨਾ ਹੋਇਆ ਕਰ। ਅਜੋ ਸੁਨਾਓ ਸਮੁੰਦਰ में क्या ਜਾਨੋ क्या ਹੋਏ। ਕਿਸੇ ਦੀ ਗਲਤੀ ਵੇਖ ਕੇ ਤੂੰ ਹੱਸ ਰਿਹਾ, ਦੁਨੀਆ ਨੂੰ ਦੱਸ ਰਿਹਾ, ਹਜੇ ਤੇਰੀ ਖੁਦ ਜੀਵਨ ਦੀ ਜ਼ਿੰਦਗੀ ਦੀ ਬੇੜੀ ਦਰਿਆ ਦੇ ਵਿਚਾਲੇ ਹੈ, ਪਤਾ ਨਹੀਂ ਪਾਰ ਲੰਘਣੀ ਹੈ ਕਿ ਡੁੱਬ ਜਾਣੀ ਹੈ। ਕਿਸੇ ਦੀ ਗਲਤੀ ਵੇਖ ਰਿਹਾ, ਕਿਸੇ ਦੇ ਔਗਣ ਫਰੋਲ ਰਿਹਾ, ਕਦੇ ਆਪਣੇ ਔਗਣ ਵੇਖ। ਮੈਂ ਅਕਸਰ ਬੇਨਤੀ ਕਰਦਾ ਕਿ ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਆ ਨਾ, ਗੁਰਦੁਆਰਾ ਸਾਹਿਬ ਦੀ ਦਹਲੀਜ਼ ਤੋਂ ਪਹਿਲਾ ਕਦਮ ਅੰਦਰ ਰੱਖਦੇ ਆ ਖਾਲਸਾ ਜੀ, ਇੱਕ ਵਾਰ ਨੇਤਰ ਬੰਦ ਕਰਕੇ ਆਪਣੇ ਇੱਕ ਦਿਨ ਦੇ ਹੀ ਗੁਨਾਹਾਂ ਨੂੰ ਚੇਤੇ ਕਰ ਲਿਆ ਕਰੀ। ਜਦੋਂ ਆਪਣੇ ਜੀਵਨ ਦੇ ਗੁਨਾਹਾਂ ਨੂੰ ਚੇਤੇ ਕਰਾਂਗੇ ਤੇ ਬਹੁਤ ਦੂਰ ਦੀ ਗੱਲ ਹੈ। ਇਨਸਾਨ ਤੇ ਇੱਕ ਪਲ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕੇ ਗੁਨਾਹ ਕਰ ਦਿੰਦਾ। ਆਪਣੇ ਇੱਕ ਦਿਨ ਦੇ ਗੁਨਾਹਾਂ ਨੂੰ ਚੇਤੇ ਕਰਿਆ ਕਰੀਏ ਤੇ ਸੱਚ ਜਾਣਿਓ ਗੁਰੂ ਦਰਬਾਰ ਵਿੱਚ ਆ ਕੇ ਕੁਝ ਹੋਰ ਚੇਤੇ ਨਹੀਂ ਰਵੇਗਾ। ਰਸਨਾ ਤੇ ਇਹੋ ਬੋਲ ਹੋਣਗੇ, ਸਿਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ, ਹੋਂ ਪਾਪੀ ਵੱਡ ਗੁਨੇਗਾਰ। ਮੈਂ ਪਾਪੀ ਹਾਂ, ਗੁਨਾਹਗਾਰ ਹਾਂ, ਮੈਂ ਤੇਰੇ ਨਾਲ ਵਫਾ ਨਹੀਂ ਕਰ ਰਿਹਾ, ਮੈਂ ਰੱਬ ਨਾਲ ਵਫਾ ਨਹੀਂ ਕਮਾ ਰਿਹਾ, ਮੈਂ ਰੱਬ ਦੇ ਉੱਤੇ ਵੀ ਜਾ ਕਰਕੇ ਰੱਬ ਦੇ ਘਰ ਤੇ ਜਾ ਕੇ ਵੀ ਚਲਾਕੀਆਂ ਕਰਦਾ, ਸਿਆਣਪਾਂ ਕਰਦਾ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਸੰਗਤ ਮੰਗ, ਰੱਬ ਦੇ ਪਿਆਰਿਆਂ ਦੀ ਸੰਗਤ ਮੰਗ ਰੱਬ ਕੋਲੋਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਵੇਖ ਕੇ ਅਣਡਿੱਠ ਕੀਤਾ, ਧਰਮ ਨਹੀਂ ਹਾਰਿਆ, ਜਿਨ੍ਹਾਂ ਨੇ ਧਰਮ ਨੂੰ ਹਾਰਿਆ ਨਹੀਂ ਬਲਕਿ ਧਰਮ ਨੂੰ ਕਮਾਇਆ ਹੈ। ਖਾਲਸਾ ਜੀ, ਸਿੱਖ ਦੇ ਘਰ ਵਿੱਚ ਕੋਈ ਜਨਮ ਲਵੇ, ਆਪਣੇ ਆਪ ਨੂੰ ਸਿੱਖ ਕਹਾਵੇ, ਅੱਜ ਦੇ ਸਮੇਂ ਦੇ ਵਿੱਚ ਬਹੁਤ ਆਮ ਜੀ ਗੱਲ ਹੈ। ਸਿੱਖੀ ਮਿਲ ਜਾਣੀ ਇੱਕ ਵੱਖਰੀ ਬਾਤ ਹੁੰਦੀ ਹੈ, ਪਰ ਸਿੱਖੀ ਕਮਾ ਲੈਣੀ ਇੱਕ ਵੱਖਰੀ ਬਾਤ ਹੁੰਦੀ। ਸਿਰ ਤੇ ਦਸਤਾਰ ਸਜਾ ਲੈਣੀ ਇੱਕ ਵੱਖਰੀ ਬਾਤ ਹੈ, ਪਰ ਉਹ ਦਸਤਾਰ ਪੱਗ ਸਿਰ ਤੇ ਸਜਾ ਕੇ ਉਸ ਦਸਤਾਰ ਨੂੰ ਆਪਣੇ ਜੀਵਨ ਵਿੱਚ ਕਮਾ ਲੈਣਾ, ਉਹਦੇ ਵਿੱਚ ਸਾਰਾ ਜੀਵਨ ਹੀ ਲੱਗ ਜਾਂਦਾ। ਤਨ ਦੇ ਉੱਤੇ ਬਾਣਾ ਪਾ ਕੇ ਧਰਮੀ ਬਣਨਾ ਬਹੁਤ ਸਖੈਲੀ ਬਾਤ ਹੁੰਦੀ ਹੈ, ਪਰ ਇਹ ਬਾਣੇ ਨੂੰ ਕਮਾ ਲੈਣਾ, ਇਹਦੇ ਵਾਸਤੇ ਹੰਕਾਰ ਨਹੀਂ, ਰੋਜ਼ਾਨਾ ਨਮਾਣਾ ਪਾਣੀ ਚਾਹੀਦਾ। ਸੋ ਇਸ ਕਰਕੇ ਜਿਨ੍ਹਾਂ ਨੂੰ ਸਿੱਖੀ ਮਿਲੀ ਹੈ, ਆਪਾਂ ਸਾਰੇ ਅਰਦਾਸ ਕਰੀਏ ਕਿ ਅਸੀਂ ਸਿੱਖੀ ਕਮਾ ਵੀ ਸਕੀਏ, ਕਿਉਂਕਿ ਜਿਨ੍ਹਾਂ ਨੇ ਸਿੱਖੀ ਕਮਾਈ ਨਾ, ਉਹਨਾਂ ਧਰਮ ਹਾਰਿਆ ਨਹੀਂ, ਉਹਨਾਂ ਨਿਤਨੇਮ ਛੱਡਿਆ ਨਹੀਂ, ਭਾਵੇਂ ਬੰਦ ਕਟਵਾਏ ਗਏ, ਭਾਵੇਂ ਖੋਪੜੀਆਂ ਲੁਹਾਈਆਂ ਗਈਆਂ, ਚਰਖੜੀਆਂ ਤੇ ਚੜ ਗਏ, ਪਰ ਉਹਨਾਂ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਿਆ। ਅੱਜ ਅੰਮ੍ਰਿਤ ਵੇਲੇ ਜਾਗ ਨਾ ਖੁੱਲੇ, ਲੰਮਾ ਅਰਸਾ ਬੀਤ ਜਾਂਦਾ ਜਪਜੀ ਸਾਹਿਬ ਦਾ ਪਾਠ ਕੀਤਿਆਂ, ਜਾਪ ਸਾਹਿਬ ਦਾ ਪਾਠ ਕੀਤਿਆਂ ਨੂੰ। ਕਵੀ ਸੰਤੋਖ ਸਿੰਘ ਜੀ ਨੂੰ ਪੁੱਛਿਆ ਕਿ ਗੁਰੂ ਕੇ ਸਿੱਖ ਦੀ ਨਿਸ਼ਾਨੀ ਕੀ ਹੈ? ਉਹ ਕਹਿੰਦੇ ਵੀ ਕਿਸੇ ਨੇ ਬਹੁਤ ਸੋਹਣਾ ਬਾਣਾ ਪਾਇਆ ਹੋਵੇ, ਦਸਤਾਰ ਸਜਾਈ ਹੋਵੇ, ਕਵੇ ਮੈਂ ਗੁਰੂ ਕਾ ਸਿੱਖ ਹਾਂ, ਭਰੋਸਾ ਨਾ ਕਰਿਓ।
ਕਹਿੰਦੇ ਜੇ ਕੋਈ ਬਾਣਾ ਪਾ ਲਵੇ, ਦਸਤਾਰ ਸਜਾ ਲਵੇ, ਕਕਾਰ ਪਾ ਲਵੇ, ਕਵੇ ਮੈਂ ਸਿੱਖ ਸੱਜ ਗਿਆ, ਭਰੋਸਾ ਨਾ ਕਰਿਓ। ਆਪਣੇ ਕੋਲ ਬਿਠਾ ਕਰਕੇ ਉਸ ਤੋਂ ਜ਼ਬਾਨੀ ਜਪਜੀ ਸਾਹਿਬ ਦਾ ਪਾਠ ਸੁਣ ਲਿਓ। ਜੇ ਤੇ ਜ਼ਬਾਨੀ ਕੰਠ ਜਪਜੀ ਸਾਹਿਬ ਦਾ ਪਾਠ ਸੁਣਾ ਗਿਆ ਫਿਰ ਤੇ ਗੁਰੂ ਨਾਨਕ ਦਾ ਹੀ ਸਿੱਖ ਹੈ। ਪਰ ਜੇ ਜਪਜੀ ਸਾਹਿਬ ਦਾ ਪਾਠ ਵੀ ਜ਼ੁਬਾਨੀ ਕੰਠ ਨਾ ਹੋਇਆ ਫਿਰ ਚੌਲਾਂ ਦੇ ਫੱਕ ਦੀ ਨਿਆਈ ਹੈ, ਫਿਰ ਭੇਖੀ ਹੈ। ਫਿਰ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੋਲੀਨ। ਸੋ ਇਸ ਕਰਕੇ ਯਤਨ ਇਹ ਆਪਾਂ ਕਰੀਏ ਕਿ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮੀ ਹੋਈਏ, ਸਿਮਰਨ ਦੇ ਅਭਿਆਸੀ ਹੋਈਏ, ਮੂਲ ਮੰਤਰ ਦੇ ਅਭਿਆਸੀ ਹੋਈਏ। ਸਤਿਗੁਰੂ ਕਹਿੰਦੇ ਇਸ ਕਰਕੇ ਪ੍ਰਮਾਤਮਾ ਤੋਂ ਦਾਨ ਮੰਗ, ਇਹ ਅਰਜ਼ੋਈ ਕਰ ਕਿ ਮੈਂ ਕਿਸੇ ਸਾਕਤ ਦੇ ਮੱਥੇ ਨਾ ਲੱਗਾ, ਬਲਕਿ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ। ਰੱਬ ਦੇ ਪਿਆਰਿਆਂ ਦੀ ਸੰਗਤ ਜਦੋਂ ਮਿਲੇਗੀ ਤਾਂ ਜੀਵਨ ਵਿੱਚ ਬਦਲਾਵ ਆਵੇਗਾ, ਜੀਵਨ ਵਿੱਚ ਕ੍ਰਾਂਤੀ ਆਵੇਗੀ। ਮੈਂ ਇੱਕ ਬਚਨ ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਆਪ ਜੀ ਦੇ ਸਨਮੁਖ ਰੱਖਾਂ। ਦਾਸ ਨੇ ਇੱਕ ਵਾਰ ਮੰਜੀ ਸਾਹਿਬ ਵੀ ਇਹ ਬੇਨਤੀ ਕੀਤੀ ਸੀ ਕਿ ਭਾਈ ਵੀਰ ਸਿੰਘ ਦੇ ਜੀਵਨ ਦੀ ਇਹ ਘਟਨਾ ਹੈ। ਜਦੋਂ ਭਾਈ ਵੀਰ ਸਿੰਘ ਜੀ ਬਾਲ ਅਵਸਥਾ ਵਿੱਚ ਸਨ, ਬਾਲਕ ਸਨ, ਛੋਟੀ ਆਯੂ ਸੀ, ਤਾਂ ਉਹ ਕਹਿੰਦੇ ਨੇ ਮੈਂ ਰੱਬ ਦੇ ਨਾਲ ਕਿਵੇਂ ਜੁੜਿਆ, ਮੈਂ ਉਹਦੇ ਬਾਰੇ ਦੱਸਦਾ। ਭਾਈ ਵੀਰ ਸਿੰਘ ਆਪਣੇ ਨਾਨਾ ਜੀ ਦੇ ਘਰ ਰਿਹਾ ਕਰਦੇ ਸਨ। ਕਹਿੰਦੇ ਇੱਕ ਦਿਨ ਮੇਰੇ ਨਾਨਾ ਜੀ ਦੇ ਕੋਈ ਮਿੱਤਰ ਦੋਸਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਘਰ ਰਹਿਣ ਲਈ ਆਏ। ਤਾਂ ਕਹਿੰਦੇ ਨੇ ਮੇਰੇ ਨਾਨਾ ਜੀ ਨੇ ਉਹਨਾਂ ਦਾ ਆਸਨ ਮੇਰੇ ਹੀ ਕਮਰੇ ਵਿੱਚ ਲਾ ਦਿੱਤਾ। ਸੰਧਿਆ ਦਾ ਸਮਾਂ ਸੀ। ਕਹਿੰਦੇ ਸ਼ਾਮ ਨੂੰ ਜਦੋਂ ਉਹ ਕਮਰੇ ਵਿੱਚ ਆਏ, ਆਸਨ ਤੇ ਬੈਠੇ, ਉਹਨਾਂ ਨੇ ਚੌਂਕੜਾ ਲਾਇਆ, ਅੱਖਾਂ ਬੰਦ ਕੀਤੀਆਂ ਤੇ ਉਹਨਾਂ ਨੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ। ਭਾਈ ਵੀਰ ਸਿੰਘ ਲਿਖਦੇ ਨੇ ਮੈਨੂੰ ਉਸ ਦਿਨ ਪਤਾ ਲੱਗਾ ਵੀ ਕਰਹਿ ਭਗਤ ਆਤਮ ਕੈ ਚਾਏ, ਆਤਮਾ ਦੇ ਚਾਅ ਨਾਲ ਭਗਤੀ ਕੀ ਹੁੰਦੀ ਹੈ, ਚਾਅ ਨਾਲ ਬਾਣੀ ਪੜ੍ਹਨੀ ਕੀ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਜਦੋਂ ਰਹਿਰਾਸ ਸਾਹਿਬ ਜੀ ਦਾ ਨੇਤਰ ਬੰਦ ਕਰਕੇ ਪਾਠ ਕਰ ਰਹੇ ਸਨ, ਜਿਉਂ-ਜਿਉਂ ਬਾਣੀ ਦਾ ਪਾਠ ਕਰ ਰਹੇ ਸਨ, ਉਹਨਾਂ ਦੇ ਚਿਹਰੇ ਦੇ ਉੱਤੇ ਪ੍ਰਤਾਪ ਵੱਧ ਰਿਹਾ ਸੀ, ਲਾਲੀ ਆ ਰਹੀ ਸੀ। ਤੇ ਕਹਿੰਦੇ ਇਸ ਤਰ੍ਹਾਂ ਬਾਣੀ ਪੜ੍ਹ ਰਹੇ ਸਨ ਜਿਵੇਂ ਸਾਹਮਣੇ ਗੁਰੂ ਰਾਮਦਾਸ ਬੈਠੇ ਹੋਣ ਤੇ ਗੁਰੂ ਰਾਮਦਾਸ ਨੂੰ ਕਹਿ ਰਹੇ ਹੋਣ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ। ਕਹਿੰਦੇ ਬੜੇ ਪਿਆਰ ਨਾਲ ਬਾਣੀ ਉਹਨਾਂ ਨੇ ਪੜ੍ਹੀ। ਉਸ ਤੋਂ ਬਾਅਦ ਦਰਸ਼ਨਾਂ ਲਈ ਗਏ, ਵਾਪਸ ਪਰਤੇ, ਅੰਮ੍ਰਿਤ ਵੇਲਾ ਸੀ। ਕਹਿੰਦੇ ਕਮਰੇ ਵਿੱਚ ਵੈਸੇ ਹਨੇਰਾ ਸੀ, ਪਰ ਕਹਿੰਦੇ ਉਹ ਜਦੋਂ ਅੰਮ੍ਰਿਤ ਵੇਲੇ ਸਿਮਰਨ ਕਰਨ ਲੱਗੇ, ਉਹਨਾਂ ਨੇ ਇੰਨੇ ਕੇ ਚਾਅ ਦੇ ਨਾਲ, ਇੰਨਾ ਕੇ ਪ੍ਰੇਮ ਦੇ ਨਾਲ ਵਾਹਿਗੁਰੂ ਨੂੰ ਜਪਿਆ ਕਿ ਭਾਵੇਂ ਪਹਿਲਾਂ ਕਮਰੇ ਵਿੱਚ ਹਨੇਰਾ ਸੀ, ਪਰ ਜਦ ਸਿਮਰਨ ਕਰ ਰਹੇ ਸਨ ਉਹਨਾਂ ਦੇ ਚਿਹਰੇ ਦੇ ਪ੍ਰਤਾਪ ਨਾਲ ਕਮਰੇ 'ਚ ਪ੍ਰਕਾਸ਼ ਹੋ ਰਿਹਾ ਸੀ। ਕਹਿੰਦੇ ਇਸ ਤਰ੍ਹਾਂ ਉਹ 2 ਦਿਨ ਰਹੇ, ਉਹਨਾਂ ਨੇ ਬਾਣੀ ਪੜ੍ਹੀ, ਸਿਮਰਨ ਕੀਤਾ, ਉਹ ਚਲੇ ਗਏ। ਉਹ ਤਾਂ ਚਲੇ ਗਏ, ਪਰ ਕਹਿੰਦੇ ਮੈਂ ਜਦੋਂ ਬਾਅਦ ਵਿੱਚ ਸਕੂਲ 'ਚ ਵੀ ਜਾਣਾ, ਬੱਚਿਆਂ ਦੇ ਨਾਲ ਵੀ ਬੈਠਣਾ, ਤਾਂ ਮੇਰੇ ਕੰਨਾਂ ਵਿੱਚ ਉਹਨਾਂ ਦੀ ਪੜ੍ਹੀ ਹੋਈ ਬਾਣੀ ਦੇ ਬੋਲ ਗੂੰਜਣੇ, ਕੀਤਾ ਹੋਇਆ ਸਿਮਰਨ ਵਾਹਿਗੁਰੂ 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 ਕੰਨਾਂ ਵਿੱਚ ਚੱਲਣਾ, ਤੇ ਮੈਂ ਮਨ ਵਿੱਚ ਸੋਚਣਾ ਕਦੇ ਮੈਂ ਵੀ ਇਸ ਤਰ੍ਹਾਂ ਬਾਣੀ ਪੜ੍ਹ ਸਕਾਂਗਾ। ਬਸ ਗੁਰੂ ਕਾ ਸਿੱਖ ਬਾਣੀ ਹੀ ਇਸ ਤਰ੍ਹਾਂ ਪੜ੍ਹੇ ਕਿ ਇੱਕ ਸਿੱਖ ਨੂੰ ਬਾਣੀ ਪੜ੍ਹਦੇ ਹੋਏ ਨੂੰ ਵੇਖ ਕੇ ਦੂਸਰੇ ਦਾ ਜੀਵਨ ਬਦਲ ਜਾਵੇ। ਜਿਹੜਾ ਬਾਣੀ ਪੜ੍ਹਨ ਵਾਲਾ ਹੁੰਦਾ ਹੈ ਨਾ, ਕਮਾਈ ਵਾਲਾ ਹੁੰਦਾ ਹੈ, ਉਹ ਮੇਰੀ ਤਰ੍ਹਾਂ 2 ਕਿਤਾਬਾਂ ਪੜ੍ਹ ਕੇ ਬਹੁਤਾ ਉਪਦੇਸ਼ ਨਹੀਂ ਦਿੰਦਾ। ਬਾਣੀ ਪੜ੍ਹਨ ਵਾਲੇ ਦੇ ਜੀਵਨ ਨੂੰ ਵੇਖ ਕੇ ਪਤਾ ਲੱਗ ਜਾਂਦਾ, ਜੀਵਨ ਵਿੱਚ ਬਦਲਾਵ ਆ ਜਾਂਦਾ। ਭਾਈ ਜੋਧ ਜੀ ਬਾਣੀ ਪੜ੍ਹਦੇ ਸਨ, ਭਾਈ ਲਹਿਣਾ ਜੀ ਦਾ ਗੁਰੂ ਨਾਨਕ ਦੇ ਨਾਲ ਮੁਹੱਬਤ ਹੋ ਗਈ। ਇਸੇ ਕਰਕੇ ਉਰਦੂ ਦੇ ਵਿਦਵਾਨ ਨੇ ਕਿਹਾ, ਖੁਦਾ ਤੇਰੀ ਬਜ਼ਮ ਨੇ ਇਸ ਅੰਦਾਜ਼ ਸੇ ਲੂਟਾ ਮੁਝਕੋ ਕਿ ਅਹਲੇ ਹਜ਼ੂਮ में भी मेरी तन्हाई नहीं जाती। ਭਾਵ ਇਸ ਤਰ੍ਹਾਂ ਬਾਣੀ ਪੜ੍ਹੇ। ਸੋ ਭਾਈ ਵੀਰ ਸਿੰਘ ਕਹਿੰਦੇ ਕਿ ਜੀਵਨ ਦੇ ਵਿੱਚ ਉਹਨਾਂ ਦੀ ਸੰਗਤ ਹੀ ਐਸੀ ਸੀ ਜਿਹਨੇ ਬੰਦਗੀ ਲਈ ਪ੍ਰੇਰਿਆ, ਭਜਨ ਲਈ ਪ੍ਰੇਰਿਆ। ਇਸ ਕਰਕੇ ਗੁਰੂ ਕੇ ਸਿੱਖ ਨੂੰ ਚਾਹੀਦਾ ਉਹਨਾਂ ਦੀ ਹੀ ਸੰਗਤ ਕਰੇ ਜਿਹੜੇ ਸਦਾ ਬਾਣੀ ਨਾਲ ਜੁੜਨ ਦਾ ਉਪਦੇਸ਼ ਕਰਦੇ ਨੇ।
ਸਿਮਰਨ ਕਰਨ ਦਾ ਉਪਦੇਸ਼ ਕਰਦੇ ਨੇ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਭਾਈ ਰੱਬ ਤੋਂ ਰੱਬ ਦੇ ਪਿਆਰਿਆਂ ਦੀ ਸੰਗਤ ਮੰਗਣੀ ਕਰ। ਜਨ ਨਾਨਕ ਦਾਸ ਉਦਾਸ ਕੋ ਕਰੀਹੋ, ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਦਾਸ ਦਾਸ ਕੋ ਕਰਿਓ, ਮੇਰਾ ਮੂੰਡ ਸਾਧ ਪਗਾ ਹੇਠ ਰੁਲ ਸੀਰੇ। ਅਰਥ ਕਰਨੇ ਤੇ ਬੜੇ ਸਖੈਲੇ ਹੀ ਹੁੰਦੇ ਨੇ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੀ ਨਿਮਰਤਾ ਉਹ ਮਿਲ ਜਾਵੇ, ਗੁਰੂ ਦੀ ਬਖਸ਼ਿਸ਼ ਬਿਨਾ ਨਹੀਂ ਮਿਲਦੀ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਮੰਗ। ਰੱਬ ਦੇ ਪਿਆਰਿਆਂ ਦੀ ਸੰਗਤ ਇਸ ਤਰ੍ਹਾਂ ਮੰਗ ਕੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਆਪਣੇ ਪਿਆਰਿਆਂ ਦੀ ਸੰਗਤ ਦੇ ਜਿਨ੍ਹਾਂ ਨੇ ਮਨ ਨੂੰ ਸਾਧਿਆ, ਜਿਹੜੇ ਕੇਵਲ ਪਹਿਰਾਵੇ ਕਰਕੇ ਸਾਧ ਨਹੀਂ, ਲਿਬਾਸ ਕਰਕੇ ਸਾਧ ਨਹੀਂ, ਜਿਨ੍ਹਾਂ ਸੱਚਮੁੱਚ ਮਨ ਨੂੰ ਜਿੱਤਿਆ, ਮਨ ਨੂੰ ਸਾਧਿਆ, ਉਹਨਾਂ ਦੀ ਸੰਗਤ ਦੇ। ਤੇ ਜੇ ਉਹਨਾਂ ਦੀ ਸੰਗਤ ਮੈਨੂੰ ਦੇਣੀ ਹੈ, ਇੱਕ ਬਖਸ਼ਿਸ਼ ਕਰੀ, ਕਿਰਪਾ ਕਰੀ, ਮੇਰਾ ਸਿਰ ਹੋਵੇ ਤੇ ਉਹਨਾਂ ਦੇ ਚਰਨ ਮੇਰੇ ਸਿਰ ਤੇ ਹੋਣ, ਉਹਨਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ। ਬਹੁਤ ਵੱਡਾ ਬਚਨ ਸਤਿਗੁਰੂ ਨੇ ਕਿਹਾ। ਇਹੋ ਜਿਹੀ ਨਿਮਰਤਾ ਪਿਆਰ ਵਾਲਿਓ, ਇਹ ਬਨਾਵਟੀ ਜਾਂ ਅੱਖਰਾਂ ਦੀ ਨਿਮਰਤਾ ਨਹੀਂ, ਇਹ ਧਰਮ ਕਮਾਉਣ ਵਾਲੀ ਨਿਮਰਤਾ ਹੈ। ਸੋਹਿਲਾ ਸਾਹਿਬ ਦੇ ਵਿੱਚ ਆਪਾਂ ਬਚਨ ਪੜ੍ਹਦੇ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜੀ ਬਣਾ। ਵੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਜਿਸ ਵਕਤ ਕਾਬਲ ਦੀ ਧਰਤੀ ਤੋਂ ਸੰਗਤ ਦਰਸ਼ਨਾਂ ਲਈ ਆਉਂਦੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋੜੇ ਝਾੜਦੇ ਹੁੰਦੇ ਨੇ, ਜੋੜੇ ਘਰ ਵਿੱਚ ਹੁੰਦੇ ਨੇ। ਤੇ ਜਦੋਂ ਸੰਗਤ ਵਿਸ਼ਰਾਮ ਲਈ ਜਾਂਦੀ ਹੈ, ਆਰਾਮ ਕਰਦੀ ਹੈ, ਮਾਤਾ ਗੰਗਾ ਜੀ ਨੂੰ ਨਾਲ ਲੈ ਕਰਕੇ ਪ੍ਰਸ਼ਾਦਾ ਤਿਆਰ ਕਰਕੇ, ਭੋਜਨ ਤਿਆਰ ਕਰਕੇ ਸੰਗਤ ਵਾਸਤੇ ਖੁਦ ਲਿਜਾਂਦੇ ਨੇ। ਔਰ ਫਿਰ ਜੋ ਬਜ਼ੁਰਗ ਸ਼ਰੀਰ ਆਰਾਮ ਕਰ ਰਹੇ ਹੁੰਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਨੂੰ ਘੁੱਟਦੇ ਨੇ। ਦੁਨੀਆ ਦੇ ਮਾਲਕ, ਸ੍ਰਿਸ਼ਟੀ ਦੇ ਮਾਲਕ, ਕਰਤਾ ਪੁਰਖ ਆਪ ਪਿਆਰ ਵਾਲਿਓ ਜੋੜਿਆਂ ਦੇ ਵਿੱਚ ਬਹਿ ਕੇ ਸਿਖਾਉਂਦਾ ਹੈ ਕਿ ਭਾਈ ਜੇ ਸਿੱਖੀ ਕਮਾਉਣੀ ਹੈ, ਸਿੱਖੀ ਦਾਅਵਿਆਂ ਨਾਲ ਨਹੀਂ ਮਿਲਦੀ, ਸਿੱਖੀ ਸਮਰਪਣ ਭਾਵ ਨਾਲ ਮਿਲਦੀ ਹੈ। ਸਿੱਖੀ ਉੱਚੇ ਹੋ ਕੇ ਨਹੀਂ ਮਿਲਦੀ, ਸਿੱਖੀ ਨੀਵੇਂ ਹੋ ਕੇ ਮਿਲਦੀ ਹੈ। ਜਿਹੜੇ ਭਾਈ ਮੰਝ ਜੀ ਦੀ ਤਰ੍ਹਾਂ ਨੀਵੇਂ ਹੋ ਜਾਂਦੇ, ਜਿਹੜੇ ਭਾਈ ਸੋਮੇ ਦੀ ਤਰ੍ਹਾਂ ਨੀਵੇਂ ਹੋ ਜਾਣ ਤੇ ਮਹਾਰਾਜ ਸੋਮਾ ਸ਼ਾਹ ਬਣਾ ਦੇਣ। ਗੁਰੂ ਨਾਨਕ ਸਾਹਿਬ ਦੀ ਸਿੱਖੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਗੁਰੂ ਕੇ ਚਰਨਾਂ ਦੀ ਤੇ ਗੁਰੂ ਕੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਬਣ ਜਾਂਦੇ ਨੇ। ਜਦੋਂ ਸੰਗਤ ਵਿੱਚ ਆਪਾਂ ਆਉਂਦੇ ਆ ਨਾ ਖਾਲਸਾ ਜੀ, ਸੰਗਤ ਵਿੱਚ ਆ ਕੇ ਜੇ ਮਨ ਵਿੱਚ ਫਿਰ ਵੀ ਈਰਖਾ ਆ ਰਹੀ ਹੈ, ਫਿਰ ਸਮਝੋ ਅਜੇ ਬਖਸ਼ਿਸ਼ ਨਹੀਂ ਹੋਈ। ਕਿਉਂਕਿ ਗੁਰੂ ਨਾਨਕ ਨਾਲ ਪ੍ਰੇਮ ਉਹੀ ਕਰ ਸਕਦਾ ਜਿਹਨੂੰ ਗੁਰੂ ਨਾਨਕ ਦੇ ਸਿੱਖਾਂ ਨਾਲ ਪ੍ਰੇਮ ਹੈ। ਰੱਬ ਨਾਲ ਪ੍ਰੇਮ ਉਹੀ ਕਰ ਸਕਦਾ ਜਿਹਨੂੰ ਰੱਬ ਦੀ ਬਣਾਈ ਹੋਈ ਕੁਦਰਤ ਨਾਲ ਪ੍ਰੇਮ ਹੈ, ਰੱਬ ਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਜੇ ਭਗਤਾਂ ਨੇ ਲਿਖਿਆ, ਉਹਨਾਂ ਦੇ ਕਹਿਣ ਦਾ ਭਾਵ ਬਹੁਤ ਵੱਡਾ ਹੁੰਦਾ ਸੀ। ਈਰਖਾ ਨਹੀਂ ਸੀ ਅੰਦਰ, ਨਿਰਵੈਰ ਸਨ, ਵੈਰ ਭਾਵਨਾ ਨਹੀਂ ਸੀ ਅੰਦਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਬਚਨ ਹੈ ਨਾ ਕਿ ਮੇਰਾ ਸਿਰ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਨਾਲ ਲੱਗੇ, ਤੇਰੇ ਪਿਆਰਿਆਂ ਦੇ ਚਰਨਾਂ ਦੇ ਹੇਠਾਂ ਮੇਰਾ ਸਿਰ ਹੋਵੇ। ਖਾਲਸਾ ਜੀ ਸਤਿਗੁਰੂ ਇਹੋ ਸਮਝਾਉਂਦੇ ਨੇ ਕਿ ਸਾਨੂੰ ਗੁਰੂ ਘਰ ਦੇ ਵਿੱਚ ਹੀ ਨਹੀਂ ਬਲਕਿ ਆਮ ਵੀ ਜਦੋਂ ਜੀਵਨ ਬਤੀਤ ਕਰਦੇ ਆ, ਜੋ ਰੱਬ ਦੇ ਪਿਆਰੇ ਗੁਰੂ ਕੇ ਪਿਆਰੇ ਨੇ, ਉਹਨਾਂ ਦੇ ਸਾਹਮਣੇ ਨੀਵੇਂ ਹੋ ਕੇ ਨਿਮਾਣੇ ਹੋ ਕੇ ਰਵਾਂਗੇ ਤਾਂ ਬਖਸ਼ਿਸ਼ ਹੁੰਦੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਵੀ
ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਦਰਬਾਰ ਵਿੱਚ ਜਾਇਆ ਕਰਦੇ ਸੀ, ਸੰਗਤ ਵਿੱਚ ਸਭ ਤੋਂ ਪਿਛਾਂ ਹੋ ਕਰਕੇ ਬੈਠਿਆ ਕਰਦੇ ਸੀ, ਅੱਗੇ ਹੋ ਕੇ ਨਹੀਂ ਸੀ ਬੈਠਦੇ। ਕਿਸੇ ਨਾਲ ਬਹੁਤਾ ਬੋਲ ਚਾਲ ਨਹੀਂ ਸੀ ਰੱਖਿਆ ਕਰਦੇ, ਸੇਵਾ ਵਿੱਚ ਜੁਟੇ ਰਹਿੰਦੇ ਸੀ, ਗੁਰੂ ਪਿਆਰਿਆਂ ਦੇ ਚਰਨਾਂ ਵਿੱਚ ਰਿਹਾ ਕਰਦੇ ਸੀ। ਤਾਂ ਮਸੰਦਾਂ ਨੇ ਇੱਕ ਦਿਨ ਕਿਹਾ ਕਿ ਦੂਸਰੇ ਵੀ ਗੁਰੂ ਪੁੱਤਰ ਨੇ, ਸੰਗਤਾਂ ਨਾਲ ਮੇਲ ਜੋਲ ਰੱਖਦੇ ਨੇ, ਭੇਟਾਵਾਂ ਲੈਂਦੇ ਨੇ, ਤੁਸੀਂ ਕਿਸੇ ਨਾਲ ਬਹੁਤਾ ਬੋਲ ਚਾਲ ਨਹੀਂ ਰੱਖਦੇ, ਅੱਗੇ ਹੋ ਕੇ ਨਹੀਂ ਖੜਦੇ, ਅੱਗੇ ਹੋ ਕੇ ਨਹੀਂ ਬਹਿੰਦੇ, ਇਸ ਤਰ੍ਹਾਂ ਕਿਉਂ? ਤਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਸਿੱਖਾ, ਮੇਰਾ ਗੁਰੂ ਨਾਨਕ ਗਰੀਬਾਂ ਨੂੰ ਨਵਾਜਦਾ ਹੈ, ਨਿਮਾਣਿਆਂ ਨੂੰ ਨਵਾਜਦਾ ਹੈ। ਜੇ ਮੈਂ ਗਰੀਬ ਹੋਵਾਂਗਾ, ਨਿਮਾਣਾ ਹੋਵਾਂਗਾ, ਤਾਂ ਹੀ ਉਹ ਨਵਾਜੇਗਾ। ਮਾਣ ਇੱਥੇ ਨਿਮਾਣਿਆਂ ਨੂੰ ਮਿਲਦਾ ਹੈ, ਜਿਹੜੇ ਪਹਿਲਾਂ ਹੀ ਮਾਣ ਨਾਲ ਆਉਂਦੇ ਨੇ ਉਹਨਾਂ ਨੂੰ ਮਾਣ ਨਹੀਂ ਮਿਲਦਾ। ਪਰ ਮਾਫ ਕਰਿਓ, ਅੱਜ ਕਿਤੇ ਕੋਈ ਸਮਾਗਮ ਹੋਵੇ, ਸਰੋਪਾ ਲੈਣ ਦਾ ਸਮਾਂ ਜਦੋਂ ਆਉਂਦਾ, ਇੱਕ ਦੂਸਰੇ ਨੂੰ ਧੱਕਾ ਮਾਰ ਕੇ ਅੱਗੇ ਭੱਜਦੇ। ਸੰਗਤ ਵਿੱਚ ਬਹਿਣਾ ਹੋਵੇ, ਸਮਾਗਮ ਦੇ ਵਿੱਚ ਇੱਕ ਦੂਸਰੇ ਨੂੰ ਲਤਾੜ ਕੇ ਅਗਾਂਹ ਭੱਜਦੇ ਆ। ਗੁਸਤਾਖੀ ਦੀ ਮਾਫੀ ਚਾਹੁੰਦਾ, ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਜੇ ਜੀਵਨ ਵਿੱਚ ਲਾਗੂ ਕਰਾਂਗੇ, ਸੱਚ ਜਾਣਿਓ ਜੀਵਨ ਦੇ ਵਿੱਚ ਖੇੜਾ ਆਵੇਗਾ, ਜੀਵਨ ਵਿੱਚ ਆਨੰਦ ਆਵੇਗਾ, ਜੀਵਨ ਵਿੱਚ ਬਖਸ਼ਿਸ਼ ਜ਼ਰੂਰ ਵਰਤੇਗੀ। ਜਿਸ ਤਰ੍ਹਾਂ ਦੀ ਬਖਸ਼ਿਸ਼ ਭਾਈ ਦੀਪੇ ਦੇ ਅੰਦਰ ਵਰਤੀ ਤੇ ਸਤਿਗੁਰੂ ਨੇ ਬਾਬਾ ਦੀਪ ਸਿੰਘ ਬਣਾਇਆ, ਜਿਸ ਤਰ੍ਹਾਂ ਦੀ ਬਖਸ਼ਿਸ਼ ਭਾਈ ਤਾਰੂ ਸਿੰਘ ਦੇ ਹਿਰਦੇ 'ਚ ਵਰਤੀ, ਭਾਈ ਮਨੀ ਸਿੰਘ ਦੇ ਹਿਰਦੇ 'ਚ ਵਰਤੀ, ਜਿਨ੍ਹਾਂ ਨੇ ਧਰਮ ਨੂੰ ਕਮਾਇਆ, ਧਰਮ ਹਾਰਿਆ ਨਹੀਂ। ਸੋ ਸਤਿਗੁਰੂ ਨੇ ਕਿਰਪਾ ਕੀਤੀ। ਅੱਜ ਦੇ ਆਏ ਹੋਏ ਪਾਵਨ ਮੁਖਵਾਕ ਦੇ ਵਿੱਚ ਸਮਝਾਇਆ, ਭਾਈ ਸਾਕਤ ਦੀ ਸੰਗਤ ਤੋਂ ਬਚ, ਸਾਕਤ ਦੀ ਸੰਗਤ ਤੋਂ ਬਚ, ਕਿਉਂਕਿ ਸਾਕਤ ਦੇ ਨਾਲ ਪਾਈ ਹੋਈ ਪ੍ਰੀਤ ਝੂਠੀ ਹੈ, ਨਿਭਣੀ ਨਹੀਂ, ਤੇਰਾ ਕੋਈ ਭਲਾ ਨਹੀਂ ਹੋਣਾ। ਜੇ ਸੰਗਤ ਕਰਨੀ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਕਰ, ਗੁਰੂ ਪਿਆਰਿਆਂ ਦੀ ਸੰਗਤ ਕਰ, ਜੋ ਨਾਮ ਨੂੰ ਜਪਦੇ ਨੇ, ਭਜਨ ਕਰਦੇ ਨੇ, ਬੰਦਗੀ ਕਰਦੇ ਨੇ, ਜੋ ਗੁਰੂ ਘਰ ਤੇ ਭਰੋਸਾ ਰੱਖਦੇ ਨੇ। ਕਿਉਂਕਿ ਜੇ ਖੁਦ ਗੁਰੂ ਘਰ ਤੇ ਭਰੋਸਾ ਰੱਖਣ ਵਾਲੇ ਦੀ ਸੰਗਤ ਕਰਾਂਗੇ, ਗੁਰੂ ਤੇ ਭਰੋਸਾ ਵੱਜੇਗਾ, ਗੁਰੂ ਬਖਸ਼ਿਸ਼ ਦੇ ਪਾਤਰ ਹੋਵਾਂਗੇ। ਪਰ ਕਹਿੰਦੇ ਜੇ ਗੁਰੂ ਪਿਆਰਿਆਂ ਦੀ ਸੰਗਤ ਕਰਨੀ ਵੀ ਹੈ ਤੇ ਫਿਰ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰੀ, ਗੁਰੂ ਪਿਆਰਿਆਂ ਦੇ ਚਰਨਾਂ ਦੀ ਧੂੜੀ ਬਣ ਜਾਵੀਂ। ਪਿਆਰਿਓ, ਜਿਨ੍ਹਾਂ ਨੇ ਰੱਬ ਨੂੰ ਪਾਇਆ, ਖੁਦਾ ਨੂੰ ਪਾਇਆ, ਭਾਈ ਇਤਿਹਾਸ ਦੇ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ। ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਫਰੀਦ ਜੀ, ਭਗਤ ਕਬੀਰ ਜੀ, ਜਿਤਨੇ ਵੀ ਭਗਤ ਸਾਹਿਬਾਨ ਹਨ, ਗੁਰੂ ਕੇ ਸਿੱਖ ਹਨ, ਜਾਂ ਸਾਡੇ ਸਾਹਮਣੇ ਜੋ ਸੰਤਾਂ ਮਹਾਂਪੁਰਸ਼ਾਂ ਦਾ ਜੀਵਨ ਹੈ, ਉਹਨਾਂ ਦੇ ਜੀਵਨ ਵਿੱਚੋਂ ਇੱਕ ਗੱਲ ਸਾਨੂੰ ਬਾਰ-ਬਾਰ ਮਿਲੇਗੀ ਕਿ ਰੱਬ ਨੂੰ ਪਾਉਣ ਤੋਂ ਪਹਿਲਾਂ ਉਹ ਗੁਰੂ ਪਿਆਰਿਆਂ ਦੇ ਚਰਨਾਂ ਵਿੱਚ ਬੈਠੇ ਰਿਹਾ ਕਰਦੇ ਸਨ, ਗੁਰੂ ਪਿਆਰਿਆਂ ਦੇ ਚਰਨਾਂ ਦੀ ਧੂੜੀ ਨੂੰ ਮੱਥੇ ਨਾਲ ਲਾਇਆ ਕਰਦੇ ਸਨ, ਤਾਂ ਜਾ ਕੇ ਬਖਸ਼ਿਸ਼ ਹੋਈ। ਇੱਕ ਵਿਦਵਾਨ ਨੇ ਕਿਹਾ, ਕਹਿੰਦੇ ਜਦੋਂ ਕਿਸੇ ਦੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਨਾ, ਉਹ ਅੱਖਾਂ ਦੇ ਵਿੱਚ ਸੁਰਮਾ ਪਾਇਆ ਕਰਦਾ। ਅੱਜ ਕੱਲ੍ਹ ਜਿਵੇਂ ਡਾਕਟਰਾਂ ਕੋਲ ਲੋਕ ਜਾਂਦੇ ਨੇ, ਪੁਰਾਣੇ ਸਮੇਂ ਵਿੱਚ ਵੈਦ ਲੋਕ ਸੁਰਮਾ ਪਾ ਦਿਆ ਕਰਦੇ ਸਨ ਜਿਹਦੀ ਨਿਗਾਹ ਕਮਜ਼ੋਰ ਹੋ ਜਾਂਦੀ ਸੀ। ਕਹਿੰਦੇ ਇਸੇ ਤਰ੍ਹਾਂ ਰੱਬ ਨੂੰ ਵੇਖਣ ਵਾਲੀ ਨਿਗਾਹ ਹਰ ਇੱਕ ਬੰਦੇ ਦੀ ਕਮਜ਼ੋਰ ਹੈ। ਹੁਣ ਜੇ ਚਾਹੁੰਦੇ ਆ ਵੀ ਰੱਬ ਨੂੰ ਵੇਖਣ ਵਾਲੀ ਨਿਗਾਹ ਸਹੀ ਹੋ ਜਾਵੇ, ਰੱਬ ਵੇਖ ਜਾਵੇ, ਰੱਬ ਦੇ ਦੀਦਾਰੇ ਹੋ ਜਾਣ, ਫਿਰ ਇੱਕ ਸੁਰਮਾ ਪਾਉਣਾ ਚਾਹੀਦਾ ਉਸ ਅੰਤਰ ਵਾਲੀਆਂ ਅੱਖਾਂ ਦੇ ਵਿੱਚ। ਤੇ ਉਹਨੂੰ ਪੁੱਛਿਆ ਵੀ ਉਹ ਸੁਰਮਾ ਕਿਹੜਾ ਹੈ? ਉਹਨੇ ਕਿਹਾ ਸੁਰਮਾ ਹੈ ਸੁਰਮਾ ਕੁੰਚਰ ਖਾਕ ਔਲੀਆ ਸਤ। ਕਹਿੰਦਾ ਜੇ ਰੱਬ ਨੂੰ ਵੇਖਣਾ, ਆਪਣੀ ਨਿਗਾਹ ਨੂੰ ਸਹੀ ਕਰਨਾ, ਆਪਣੀ ਅੰਦਰਲੀਆਂ ਅੱਖਾਂ ਦੇ ਵਿੱਚ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਨੂੰ ਸੁਰਮਾ ਬਣਾ ਕੇ ਪਾ ਲੈ। ਕਰ ਫੱਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਫਕੀਰੀ ਦਾ ਚਸ਼ਮਾ ਲਾ ਲੈ ਤੇ ਰੱਬ ਦੇ ਦੀਦਾਰੇ ਹੋ ਜਾਣਗੇ। ਸੋ ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਜੋ ਸੁਣਿਆ ਸੁਣਾਇਆ ਅਰਦਾਸ ਕਰਨੀ ਆਪਾਂ ਸਾਰੇ ਕਮਾ ਸਕੀਏ ਆਪ ਸਭ ਸੰਗਤ ਦਾ। ਔਰ ਰੋਮ ਰੋਮ ਕਰਕੇ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਜਿਨ੍ਹਾਂ ਆਪ ਸਭ ਸੰਗਤਾਂ ਦੇ ਚਰਨ ਪਰਸਨ ਲਈ ਇਹ ਘੜੀਆਂ ਬਖਸ਼ੀਆਂ। ਆਓ
ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਆਪਾਂ ਫਤਿਹ ਦੀ ਸਾਂਝ ਪਾਈਏ ਜੀ। ਸਭ ਨੇ ਪ੍ਰੇਮ ਨਾਲ ਪੜਨਾ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨੌ ਨਿਤ ਆਵੈ ਧਾਏ, ਕਰ ਨੌ ਨਿਤ ਆਵੈ ਧਾਏ, ਕਰ ਨਹੁ ਨਿਦ ਆਵੈ ਧਾਇ, ਕਰ ਨਹੁ ਨਿਦ ਆਵੈ ਧਾਇ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।